ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨਯੋਗ ਆਪ ਸਭ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਕਟ ਕੇ ਹਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤਿਓ ਬਾਰਨ ਦੁਸ਼ਟ ਸਭਨ ਕੋ ਮੂਲਿ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਸਭ ਤੇਗ ਬਹਾਦਰ ਸਿੰਘਾ ਚਲ ਗਾਵਤ ਆਨੰਦ ਉਮੰਗਾ। ਹਾਜ਼ਰੀਆਂ ਭਰ ਰਹੇ ਹੋ, ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਵਿੱਚ ਆਪ ਸਭ ਨੇ ਸਰਵਣ ਕੀਤਾ। ਦਲ ਭੰਜਨ ਵੱਡੇ ਯੋਧੇ ਪਰਉਪਕਾਰੀ ਸੱਚੇ ਪਾਤਸ਼ਾਹ ਅੰਤਰਜਾਮੀ ਬਾਲਾ ਭੋਲਾ ਛਠਮ ਪੀਰ ਗਰੀਬ ਨਵਾਜ ਧੰਨ 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 ਗੁਰੂ ਹਰਗੋਬਿੰਦ ਸਾਹਿਬ ਵੀਰੀ ਪੀਰੀ ਦੇ ਮਾਲਕ ਸਤਿਗੁਰੂ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਆਪ ਜੀ ਕਰਤਾਰਪੁਰ ਸਾਹਿਬ ਜੀ ਦੇ ਪਾਵਨ ਸਥਲ 'ਤੇ ਬਿਰਾਜਮਾਨ ਸ਼ੁਭਾਇਮਾਨ ਹਨ। ਇਨ੍ਹਾਂ ਹੀ ਦਿਨਾਂ ਵਿੱਚ ਕਰਨ ਕਾਰਨ ਕਾਦਰ ਧਰਮ ਦੀ ਚਾਦਰ ਸੂਰਬੀਰ ਬਹਾਦਰ ਸਭ ਥਾਈਂ ਹੋਈ ਸਹਾਇ ਸਤਿਗੁਰੂ ਧੰਨ 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 ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਆਨੰਦ ਕਾਰਜ ਦੀ ਚਿੱਠੀ ਸਾਹਾ ਚਿੱਠੀ ਜਿਹਨੂੰ ਆਪਾਂ ਕਹਿੰਦੇ ਆ ਉਹ ਆਈ ਹੈ। ਫੱਗਣ ਦੇ ਮਹੀਨੇ ਦੀ 9 ਤਰੀਕ ਮਤਲਬ ਫੱਗਣ ਦਾ ਮਹੀਨਾ 9 ਦਿਨ ਬਤੀਤ ਹੋਏ ਤੇ ਆਪ ਜੀ ਦੇ ਵਿਆਹ ਆਨੰਦ ਕਾਰਜ ਦੀ ਰਸਮ ਅਦਾ ਹੋਣ ਜਾ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਡੇ ਗੁਰਸਿੱਖਾਂ ਬ੍ਰਹਮ ਗਿਆਨੀ ਪਰਉਪਕਾਰੀ ਸਾਦਗੀ ਵਾਲੇ ਮਹਾਤਮਾ ਲੋਕ ਬਹਾਦਰ ਯੋਧੇ ਤਤਵੇਤਾ ਲੋਕ ਗੁਰੂ ਘਰ ਦੇ ਸੰਗੀ ਸਾਥੀ ਗੁਰੂ ਬਾਬਾ ਨਾਨਕ ਸਾਹਿਬ ਜੀ ਦਾ ਖਾਨਦਾਨ ਬੇਦੀ ਤਰੇਣ ਭੱਲੇ ਸੋਢੀ ਜੋ ਗੁਰੂ ਘਰ ਦਾ ਸ਼ਿੰਗਾਰ ਸਨ ਗੁਰੂ ਕੇ ਸਾਹਿਬਜ਼ਾਦੇ ਇਹਨਾਂ ਸਾਰਿਆਂ ਨੂੰ ਲੈ ਕੇ ਆਪ ਜੀ ਬਰਾਤ ਦੇ ਢੁਕਾ ਵਾਸਤੇ ਸਾਡੇ ਸਤਿਕਾਰਯੋਗ ਦਾਦੀ ਮਾਤਾ ਜੀ ਸਾਹਿਬ ਮਾਤਾ ਗੁਜਰੀ ਜੀ ਸਾਹਿਬ ਜੀ ਦੇ ਪਾਵਨ ਘਰ ਗਏ ਹਨ। ਭਾਵੇਂ ਕਿ ਮਾਤਾ ਗੁਜਰੀ ਜੀ ਸਾਹਿਬ ਜੀ ਦਾ ਜੋ ਪੇਕਾ ਨਗਰ ਹੈ ਉਹ ਲਖਨੌਰ ਹੈ। ਗੁਰਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੋ ਨਾਨਕੇ ਹਨ ਤੋ ਪੁਆਨ ਦੇ ਇਲਾਕੇ ਦੇ ਵਿੱਚ ਅੰਬਾਲੇ ਦੇ ਪਾਸ ਦਾਸ ਨੇ ਦਰਸ਼ਨ ਪਾਇਆ ਹੈ। ਉੱਥੇ ਗੁਰਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਸਮਾਗਮ ਵੀ ਕਰਦੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਪ੍ਰਬੰਧ ਹੈ। ਪਰ ਸਤਿਕਾਰਯੋਗ ਦਾਦੀ ਮਾਤਾ ਜੀ ਸਾਹਿਬ ਮਾਤਾ ਗੁਜਰੀ ਜੀ ਸਾਹਿਬ ਜੀ ਦਾ ਕੁਛ ਪਰਿਵਾਰ ਕਰਤਾਰਪੁਰ ਸਾਹਿਬ ਰਹਿੰਦਾ ਸੀ। ਇੱਥੇ ਹੀ ਆਪ ਜੀ ਦਾ ਵਿਆਹ ਆਨੰਦ ਕਾਰਜ ਹੋਇਆ, ਬਰਾਤ ਗਈ ਹੈ। ਨਾਲ ਗੁਰਸਿੱਖ ਸੰਗਤਾਂ ਮਾਈ ਭਾਈ ਬਿਰਧ ਬਾਲਕ ਹਨ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਉੱਥੇ ਪਹੁੰਚੀ ਹੈ। ਅਗਲੀ ਕਥਾ ਵਿਆਹ ਆਨੰਦ ਕਾਰਜ ਦੀ ਬੜੀ ਆਨੰਦਮਈ ਅਤੇ ਖੁਸ਼ੀਆਂ ਦੀ ਕਥਾ ਗੁਰੂ ਨਾਨਕ ਦੇ ਘਰ ਦੀ ਕਥਾ ਜਿਵੇਂ ਆ ਰਹੀ ਹੈ ਨਾ। ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਆਪ ਜੀ ਦੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਬੈਠ ਕੇ ਮਹਾਰਾਜ ਜੀ ਦੇ ਚਰਨਾਂ ਦਾ ਲਾਹਾ ਲੈ ਰਹੇ ਹੋ। ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਰਦਰਸ਼ਨ ਦੂਰ ਸਰਵਣ ਭਾਵ ਮੀਡੀਆ ਦੇ ਜ਼ਰੀਏ ਮਹਾਰਾਜ ਦੀ ਕਥਾ ਦੇ ਨਾਲ ਜੁੜ ਰਹੇ ਹੋ। ਆਓ ਭਾਈ ਸਤਿਗੁਰਾਂ ਦੀ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਲਵਾਓ, ਇਕਾਗਰਤਾ ਬਣਾਓ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਕਲ ਛੰਦ ਨਿਜਪੁਰ ਮੈਂ ਕਰਨ ਟੁਕਾਉ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਆਪ ਜੀ ਉਸ ਪਾਵਨ ਨਗਰ ਕਰਤਾਰਪੁਰ ਸਾਹਿਬ ਦੇ ਵਿੱਚ ਬਰਾਤ ਦਾ ਢੁਕਾ ਕਰਨ ਵਾਸਤੇ ਨਹਿ ਬਾਹਨ ਲਈ ਨਸਕਾਉ। ਤੇ ਕਿਸੇ ਨੇ ਕੋਈ ਵਾਹਨ ਸਾਧਨ ਨਹੀਂ ਲਿਆ ਹੈ, ਕਿਉਂਕਿ ਸੇਮ ਨਗਰ ਵਿੱਚ ਜਾਣਾ ਸੀ।
ਉਸੇ ਪਿੰਡ ਦੇ ਵਿੱਚ ਜਾਣਾ ਸੀ, ਉੱਥੇ ਮਹਾਰਾਜ ਦਾ ਡੇਰਾ ਸੀ, ਉੱਥੇ ਸਤਿਗੁਰਾਂ ਦੇ ਸਸਰਾਲ ਸਨ। ਇਸ ਕਰਕੇ ਪੈਦਲ ਹੀ ਚੱਲੇ ਹਨ। ਇਹ ਦੁਨੀਆ ਦੀ ਅਨੋਖੀ ਜੰਜ ਹੈ ਭਾਈ। ਗੁਰ ਚਲੇ ਰੂਪ ਅਭਿਰਾਮ। ਇਸ ਤਰ੍ਹਾਂ ਬਹੁਤ ਸੁੰਦਰ ਸੋਹਣੇ ਸਰੂਪ ਵਾਲੇ, ਤੇਰੇ ਰੂਪ ਸਗਲ ਦੇਖ ਮੋਹੀ, ਜਿਨ੍ਹਾਂ ਦਾ ਰੂਪ ਦੇਖ ਕੇ ਹਰ ਕੋਈ ਲੱਟੂ ਹੋ ਜਾਂਦਾ, ਨਿਸ਼ਾਵਰ ਹੋ ਜਾਂਦਾ। ਜਿੰਨੇ ਵੇਖ ਲਿਆ ਉਹਨੂੰ ਕੁਛ ਹੋਰ ਦੇਖਣ ਦੇ ਯੋਗ ਹੀ ਨਹੀਂ ਬਚਦਾ। ਐਸੇ ਅਤ ਸੁੰਦਰ ਮਨਮੋਹਨ ਪਿਆਰੇ, ਸੁੰਦਰਤਾ ਦੀ ਇੰਤਹਾ, ਸਿਖਰ ਸੁੰਦਰਤਾ ਦਾ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਜਾ ਰਹੇ ਹਨ। ਲਹਿ ਚੰਚ ਜਹ ਲਾਲ ਚੰਦ ਕੋ ਧਾਮ। ਜਿੱਥੇ ਸਤਿਗੁਰੂ ਜੀ ਮਹਾਰਾਜ ਜੀ ਦੇ ਸਹੁਰਾ ਪਿਤਾ ਬਾਬਾ ਲਾਲ ਚੰਦ ਜੀ ਸਾਹਿਬ ਜੀ ਦਾ ਘਰ ਹੈ, ਉੱਥੇ ਗਏ ਹਨ ਮਹਾਰਾਜ। ਤਰ ਜੋਧ ਹਾਥ ਪਰ ਹਾਥਾ। ਔਰ ਭਾਈ ਜੋਧ ਰਾਏ ਜੀ ਸਾਹਿਬ ਆਪਣੇ ਹੱਥਾਂ ਦੇ ਉੱਪਰ ਹੱਥ ਧਰ ਕੇ ਸਭ ਪੱਲੇ ਤ੍ਰੇਹਣ ਸਾਥਾ। ਔਰ ਇਸੇ ਪ੍ਰਕਾਰ ਭੱਲੇ ਤ੍ਰੇਹਣ ਬੇਦੀ, ਜੋ ਮਹਾਰਾਜ ਜੀ ਦਾ ਖਾਨਦਾਨ ਸੀ ਪਿਛਲੇ ਸਤਿਗੁਰਾਂ ਦਾ, ਵੱਡੇ ਸਤਿਗੁਰਾਂ ਦਾ, ਉਹ ਸਾਰੇ ਸਤਿਗੁਰਾਂ ਦੇ ਸਾਹਿਬਜ਼ਾਦੇ ਵੀ ਚੱਲੇ ਹਨ। ਸਿੱਖ ਸੰਗਤ ਮਿਲ ਸਮੁਦਾਏ। ਔਰ ਇਸ ਬਰਾਤ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਗੁਰਸਿੱਖ ਸੰਗਤਾਂ ਦਾ ਇਕੱਠ ਵੀ ਮੌਜੂਦ ਹੈ। ਬਰਬੀਰ ਸੰਗ ਛਬ ਪਾਏ। ਔਰ ਮਹਾਰਾਜ ਜੀ ਦੇ ਨਾਲ ਬੜੇ ਬੜੇ ਬਹਾਦਰ ਜੁਝਾਰੂ ਸੂਰਮੇ ਹਨ। ਮਰ ਜੀਵੜੇ ਮਹਾਰਾਜ ਜੀ ਦੇ ਇੱਕ ਇਸ਼ਾਰੇ ਤੇ ਜਾਨ ਦੇ ਅਤੇ ਲੈਣ ਵਾਲੇ। ਉਹ ਮਰ ਜੀਵੜੇ ਮਹਾਰਾਜ ਜੀ ਦੀ ਜੰਜ ਦੇ ਵਿੱਚ ਬੜੇ ਸ਼ੋਭਦੇ ਸਨੱਧਬੱਧ ਤਿਆਰ ਬਰ ਤਿਆਰ ਗੁਰੂ ਕੇ ਗੁਰਸਿੱਖ ਤਰਸ ਪਰ ਖੜਗ ਨਿਜ ਅੰਗਾ। ਜਿਨ੍ਹਾਂ ਨੇ ਆਪਣੇ ਅੰਗਾਂ ਪ੍ਰਤੰਗਾਂ ਦੇ ਉੱਪਰ ਢਾਲੇ ਅਤੇ ਤਲਵਾਰਾਂ ਸਜਾਈਆਂ ਹੋਈਆਂ, ਤਿਆਰ ਬਰ ਤਿਆਰ। ਕੈਸੀ ਇਹ ਸੁੰਦਰ ਬਰਾਤ ਹੈ। ਸਾਧੂ ਮਹਾਤਮਾ ਤਤਵੇਤੇ ਫਕਰ ਫਕੀਰ ਲੋਕ ਬ੍ਰਹਮ ਗਿਆਨੀ, ਗੁਰੂ ਕਾ ਖਾਨਦਾਨ, ਗੁਰੂ ਕਾ ਕਬੀਲਾ ਔਰ ਬਹਾਦਰ ਯੋਧੇ ਵੀ, ਇਹ ਤਿੰਨ ਹੀ ਸੁਮੇਲ ਹਨ ਗੁਰੂ ਘਰ ਦੇ ਵਿੱਚ। ਗੁਰਸਿੱਖ ਸੰਗਤਾਂ, ਬ੍ਰਹਮ ਗਿਆਨੀ ਲੋਕ ਤੇ ਗੁਰੂ ਕਾ ਪਰਿਵਾਰ, ਇਹੋ ਤੇ ਸ਼ਿੰਗਾਰ ਹਨ। ਇਹ ਤਿੰਨੇ ਹੀ ਰੂਪ ਗੁਰੂ ਕੀ ਬਰਾਤ ਵਿੱਚ ਤੱਕੇ ਜਾ ਰਹੇ ਹਨ। ਜੀ ਹੈ ਪੀਰ ਵਿਸਾਲੇ। ਔਰ ਜਿਹੜੇ ਬੜੇ ਵੱਡੇ ਬਹਾਦਰ ਲੋਕ ਹਨ, ਬੜੇ ਜੁਝਾਰੂ ਸੂਰਮੇ ਹਨ। ਗਨ ਮੇਲ ਅਪਰ ਸਭ ਚਾਲੇ। ਇਸ ਪ੍ਰਕਾਰ ਹੋਰ ਵੀ ਜੋ ਸਤਿਗੁਰਾਂ ਦਾ ਮੇਲ ਹੈ, ਰਿਸ਼ਤੇਦਾਰੀਆਂ ਹਨ, ਉਹ ਵੀ ਨਾਲ ਚੱਲੇ ਹਨ। ਚੌਂਦਿਸ ਮੈਂ ਪੀਰ ਵਿਸਾਲੇ। ਕਵੀ ਜੀ ਕਹਿੰਦੇ ਚਾਰ ਛਪੇਰੇ ਬਹੁਤ ਵੱਡੀ ਗਿਣਤੀ ਵਿੱਚ ਭੀੜ ਇਕੱਤਰਤਾ ਹੈ। ਔਰ ਵਿਖੇ ਗਰੀਜ ਬਜ਼ਾਰਾ। ਕਹਿੰਦੇ ਸ਼ਹਿਰ ਦੇ ਵਿੱਚ ਹੋਰ ਜਿਤਨੀਆਂ ਵੀ ਗਲੀਆਂ ਹਨ ਤੇ ਬਾਜ਼ਾਰ ਜੋ ਹਨ, ਸ਼ਹਿਰ ਜੋ ਹੈ, ਗਨ ਮਾਨਬ ਸਬਨ ਮਜਾਰਾ। ਔਰ ਉਹਨਾਂ ਸਾਰੀਆਂ ਗਲੀਆਂ ਤੇ ਬਾਜ਼ਾਰਾਂ ਬੀਥੀਆਂ ਦੇ ਵਿੱਚ ਜਿੱਥੇ ਕਿੱਥੇ ਦੇਖ ਲਓ ਭੀੜ ਹੀ ਭੀੜ ਦਿਖਾਈ ਦਿੰਦੀ ਹੈ। ਇੰਨੀ ਵੱਡੀ ਗਿਣਤੀ ਵਿੱਚ ਮਹਾਰਾਜ ਜੀ ਦਾ ਕਾਫਲਾ ਹੈ। ਤਰ ਭੂਖਨ ਵਸਤਰ ਨਵੀਨੇ। ਔਰ ਜਿਤਨੇ ਵੀ ਮਾਈ ਭਾਈ ਗੁਰੂ ਕੀ ਬਰਾਤ ਵਿੱਚ ਗਏ ਹਨ, ਉਹਨਾਂ ਨੇ ਆਪਣੇ ਸਰੀਰ ਉੱਪਰ ਬੜੇ ਬੜੇ ਸੋਹਣੇ ਨਵੇਂ ਵਸਤਰ, ਸਾਰਿਆਂ ਦੇ ਮਨ ਵਿੱਚ ਚਾਅ ਸੀਗਾ ਕਿ ਸਤਿਗੁਰੂ ਜੀ ਮਹਾਰਾਜ ਜੀ ਦੀ ਬਰਾਤ ਵਿੱਚ ਜਾਣਾ। ਪਹਿਲਾਂ ਹੀ ਗੁਰਸਿੱਖਾਂ ਨੇ ਵਸਤਰ ਨਵੇਂ ਸਲਾ ਕੇ ਰੱਖੇ ਸਨ, ਚਾਅ ਸੀ ਨਾ। ਤਾਂ ਮਹਾਰਾਜ ਜੀ ਦੀ ਬਰਾਤ ਵਿੱਚ ਜਾਣ ਵਾਸਤੇ ਗੁਰਸਿੱਖਾਂ ਨੇ ਸੋਹਣੇ ਵਸਤਰ ਸ਼ਸਤਰ ਆਪਣੇ ਸਰੀਰ ਤੇ ਸਜਾਏ ਹਨ। ਮਨ ਛੈਲ ਫੇਰਤ ਰਸਲੀ ਨੇ। ਔਰ ਕਹਿੰਦੇ ਨੇ ਇਸ ਪ੍ਰਕਾਰ ਛੈਲ ਛਬੀਲੇ ਗੁਰੂ ਕੇ ਮਰ ਜੀਵੜੇ ਨੌਜਵਾਨ ਮਾਈ ਭਾਈ, ਉਹ ਗਲੀਆਂ ਵਿੱਚ ਫਿਰਦੇ ਬੜੇ ਸ਼ੋਭਦੇ ਹਨ। ਗਨ ਬਾਦਤ ਬਜੇ ਵਿਸਾਲੇ। ਇਸ ਪ੍ਰਕਾਰ ਮਹਾਰਾਜ ਜੀ ਦਾ ਕਾਫਲਾ ਜਾਂਦਾ ਹੈ। ਭੇਰੀਆਂ, ਤੂਤੀਆਂ, ਸੰਖ, ਨਗਾਰੇ ਛੋਟੇ ਵੱਡੇ ਮਹਾਰਾਜ ਜੀ ਦੀ ਛਾਣ ਦੇ ਵਿੱਚ ਗੂੰਜਦੇ ਜਾਂਦੇ ਹਨ। ਸਭ ਆਗੇ ਦੁਲਹੋ ਚਾਲੇ। ਔਰ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਣ ਜੰਨ ਲਾੜੇ ਨਾਲ ਸੋ ਹੈ, ਪਰਖ ਮੋਹਣੀਐ ਲਿਆ, ਰਾਮ ਰਾਏ ਸੋ ਦੂਲਹ ਪਾਇਆ, ਐਸ ਅਸ ਬੜ ਭਾਗ ਹਮਾਰਾ। ਪਰਮੇਸ਼ਰ ਸਰੂਪ ਸਤਿਗੁਰੂ ਜੀ ਮਹਾਰਾਜ ਰਾਮ ਸਰੂਪ ਰਮੇ ਹੋਏ ਰਮੰਤੀ ਜਾਮਾ, ਦੁਲਹਾ ਬਣ ਕੇ, ਦੁਲਹਾ ਬਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਭ ਤੋਂ ਅੱਗੇ ਹਨ, ਬੜੇ ਸ਼ੋਭਦੇ ਹਨ ਭਾਈ। ਸਿਰ ਸੇਖਰ ਸੁੰਦਰ ਸੋਭੇ। ਆਪਣੇ ਸਰੀਰ ਉੱਪਰ ਸੋਹਣੀ ਦਸਤਾਰ ਸਜਾਈ ਹੋਈ ਹੈ ਤੇ ਦਸਤਾਰ ਦੇ ਉੱਪਰ ਕਲਗੀ, ਚੰਦ ਤੋੜਾ, ਬਾਣਾ ਸਜਾਇਆ ਹੋਇਆ ਹੈ। ਨਰ ਨਾਰ ਪਿਖਤ ਮਨ ਲੋਭੇ। ਕਵੀ ਜੀ ਕਹਿੰਦੇ ਜੋ ਵੀ ਮਾਈ ਭਾਈ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲਾੜੇ ਦੇ ਰੂਪ ਦੇ ਵਿੱਚ ਦੇਖਦਾ ਹੈ ਨਾ, ਉਹ ਬਸ ਵੇਖ ਕੇ ਮਹਾਰਾਜ ਤੋਂ ਲੁਭਾਇਮਾਨ ਹੀ ਹੋ ਜਾਂਦਾ ਹੈ। ਮੋਹਨ ਮੋਹੇ ਲਿਆ ਮਨ ਮੋਹੇ, ਗੁਰ ਕੈ ਸ਼ਬਦ ਪਛਾਨਾ ਤੋਹੇ। ਹਮਰਾ ਮਨ ਮੋਹਿਓ ਗੁਰ ਮੋਹਨ ਹੋ, ਬਿਸਮ ਭਈ ਗੁਰ ਆਗੇ। ਮਨ ਮਹਾਰਾਜ ਜੀ ਨੇ ਮੋਹ ਲਿਆ, ਉਹਨਾਂ ਦਾ ਮੋਹਿਆ ਗਿਆ ਹੈ ਮਨ,
महाराज जी तो लट्टू हो रहे माई भाई। हिम गमने करन टुकाऊ। इस तरह महाराज बरात दा टुका करन वास्ते गए हन। बर खावत बित चित चाऊ। और कहते इस प्रकार चित विच चाओ है। लोड़बंद गरीब गुरबे मुफलिस मजबूर मजदूर लोग महाराज जी दे पासों आन के जो इच्छा है सो फल पाए सी पुत धन लक्ष्मी खड़ मेले हर निस्तारे। जिहदे मन में जो भावना ਜਿਹਨੂੰ ਧਰਮ ਚਾਹੀਦਾ ਉਹਨੂੰ ਧਰਮ ਦਾ ਸਿਖਰ ਸਤ ਸੰਤੋਖ ਦਇਆ ਧਰਮ ਧੀਰਜ ਵਿਚਾਰ ਇਹ ਸ਼ੁਭ ਗੁਣ ਮਿਲਦੇ ਹਨ। ਜਿਹਨੂੰ ਧਨ ਚਾਹੀਦਾ ਉਹ ਮਹਾਰਾਜ ਦੇ ਪਾਸੋਂ ਧਨ ਮੰਗਦਾ। ਅੱਜ ਖੁਸ਼ੀਆਂ ਦਾ ਮੌਕਾ ਤੇ ਮਹਾਰਾਜ ਝੋਲੀਆਂ ਭਰਦੇ ਹਨ ਧਨ ਤੇ ਧਰਮ ਦੇ ਕੇ ਨਿਵਾਜਦੇ। ਤਬ ਲਾਲ ਚੰਦ ਹੋਏ ਆਗੇ। ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਜੀ ਦੇ ਸਹੁਰਾ ਪਿਤਾ ਬਾਬਾ ਜੀ ਸਾਹਿਬ ਬਾਬਾ ਲਾਲ ਚੰਦ ਜੀ ਸਾਹਿਬ ਅੱਗੋਂ ਆਏ ਹਨ। ਕਰ ਮਿਲਨੀ ਪ੍ਰੇਮ ਸੁਪਾਗੇ। ਔਰ ਅੱਗੋਂ ਆਣ ਕੇ ਮਿਲੇ ਹਨ। ਬਹੁਤ ਪ੍ਰੇਮ ਦੇ ਸਹਿਤ ਮਿਲਣੀ ਦੀ ਰਸਮ ਹੋਈ ਹੈ। ਅਰੇ ਅਗਰ ਬਿਲੰਦੇ ਅਕੋਰੰ। ਔਰ ਮਹਾਰਾਜ ਜੀ ਦੀ ਅੱਗੇ ਸੋਹਣੀਆਂ ਸੁੰਦਰ ਭੇਟਾਵਾਂ ਥਾਲ ਵਿੱਚ ਪਾ ਕੇ ਮਿਸ਼ਠਾਨ ਇਤਿਆਦਿਕ ਅਰਪਣ ਕੀਤੇ ਹਨ। ਜੋ ਸਾਡੀ ਸੱਭਿਅਤਾ ਹੈ ਸਾਡਾ ਕਲਚਰ ਹੈ ਸਾਡੀ ਰਸਮੋ ਰਿਵਾਜ ਹੈ। ਤਾਂ ਖਰੋ ਹੋਏ ਕਰ ਜੋਰੰ। ਕਹਿੰਦੇ ਇਸ ਪ੍ਰਕਾਰ ਬਾਬਾ ਲਾਲ ਚੰਦ ਜੀ ਸਾਹਿਬ ਭੇਟਾਵਾਂ ਲੈ ਕੇ ਮਹਾਰਾਜ ਦੇ ਸਨਮੁਖ ਅੱਗੇ ਖੜੇ ਹੋਏ ਨੇ ਤੇ ਹੱਥ ਜੋੜੇ ਨੇ ਨਮਰਤਾ ਦੇ ਸਹਿਤ। ਪਗ ਪੰਕਜ ਕੋ ਲਪਟਾਇਓ। ਤੇ ਬਾਬਾ ਲਾਲ ਚੰਦ ਜੀ ਸਾਹਿਬ ਸਤਿਗੁਰੂ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਹੁਰਾ ਪਿਤਾ ਜੀ ਹਨ। ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਦੇ ਆਪ ਜੀ ਦੇ ਕੁੜਮ ਹਨ। ਤੋ ਇਸ ਪ੍ਰਕਾਰ ਜਦੋਂ ਅੱਗੇ ਆਏ ਨੇ ਤੇ ਆਣ ਕੇ ਮਹਾਰਾਜ ਦੇ ਚਰਨਾਂ ਤੇ ਲੰਪਟਾਂ ਚਾਹਿਆ ਹੈ ਚਰਨਾਂ ਤੇ ਚੁੰਬੜਨਾ ਚਾਹਿਆ ਭਾਵ ਨਮਸਕਾਰ ਕਰਨੀ ਚਾਹੀ ਹੈ। ਗੁਰ ਗਹਿ ਕਰ ਹੱਥ ਉਠਾਇਓ। ਤੇ ਮਹਾਰਾਜ ਜੀ ਦਾ ਵੇਖੋ ਸਾਧ ਸੰਗਤ ਜੀ ਕੈਸਾ ਬਿਰਦ ਹੈ। ਆਪਣੇ ਕੁੜਮ ਜਾਣ ਕੇ ਬਰੋਬਰ ਜਾਣ ਕੇ ਅਦਬ ਕਰਕੇ ਸੰਸਾਰੀ ਰੀਤੀ ਨੂੰ ਮੁੱਖ ਰੱਖਦਿਆਂ ਮਹਾਰਾਜ ਜੀ ਨੇ ਮੋਢਿਆਂ ਤੋਂ ਫੜ ਕੇ ਤਾਂ ਉਠਾਇਆ ਹੈ। ਮਿਲੇ ਅੰਕ ਗਇਓ ਨਿਜ ਧਾਮਾ। ਤੇ ਮਹਾਰਾਜ ਨੇ ਅੰਕ ਗਲ ਦੇ ਨਾਲ ਲਾਇਆ ਤੇ ਕਿਹਾ ਭਾਈ ਜੀ ਤੁਸੀਂ ਸਾਡੇ ਭਰਾਓ ਹੋ ਤੇ ਤੁਹਾਡੀ ਜਗ੍ਹਾ ਸਾਡੇ ਚਰਨਾਂ 'ਚ ਨਹੀਂ ਸਾਡੇ ਦਿਲ 'ਚ ਆ। ਆਓ ਸਾਡੀ ਹਿੱਕ ਦੇ ਨਾਲ ਲੱਗੋ। ਕੰਠ ਲਾਏ ਕੀਨੋ ਆਪਨੋ ਦਾਸਰੋ ਤਉ ਨਾਨਕ ਕਹਾਂ ਨਿਹੋਰੋ। ਕੰਠ ਲਾਏ ਔਗਣ ਸਾ ਮੇਟੇ ਦਇਆਲ ਪੁਰਖ ਬਖਸ਼ਿੰਦ। ਆਪਣੇ ਦਾਸ ਕੋ ਕੰਠ ਲਾਏ ਰਾਖਿਆ ਦਿਓ ਬਾਰਕ ਪਿਤ ਮਾਤਾ। ਗੁਰਬਾਣੀ ਵਿੱਚ ਅਨੰਤ ਪ੍ਰਮਾਣ ਹਨ। ਮਹਾਰਾਜ ਜੀ ਨੇ ਇਸ ਤਰ੍ਹਾਂ ਆਪਣੇ ਕੁੜਮ ਭਰਾਓ ਨੂੰ ਕੰਠ ਦੇ ਨਾਲ ਲਾਇਆ ਤੇ ਅੱਗੇ ਨੂੰ ਟੁਰ ਪਏ ਹਨ। ਕਰ ਤਿਆਰ ਪਲੇ ਸਭ ਸਾਮਾ। ਕਹਿੰਦੇ ਇਸ ਪ੍ਰਕਾਰ ਸਾਰਾ ਸਮਾਨ ਅੱਗੋਂ ਤਿਆਰ ਕੀਤਾ ਸੀ ਮਹਾਰਾਜ ਜੀ ਦੇ ਬੈਠਣ ਸ਼ੋਭਣ ਦੇ ਵਾਸਤੇ ਔਰ ਛਕਣ ਛਕਾਉਣ ਵਾਸਤੇ ਹਰ ਤਰ੍ਹਾਂ ਦੀ ਤਿਆਰੀ ਸੀਗੀ। ਸ੍ਰੀ ਤੇਗ ਬਹਾਦਰ ਪਾਏ। ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਹੁਤ ਸ਼ੋਭਦੇ ਹਨ ਅਤ ਸੁੰਦਰ ਹਨ ਮੇਰੇ ਪਿਆਰੇ ਪ੍ਰੀਤਮ। ਸਸੁਰਾਲ ਦੁਆਰ ਲਗੇ ਆਏ। ਇਸ ਤਰ੍ਹਾਂ ਮਹਾਰਾਜ ਆਪਣਾ ਜੋ ਸਸੁਰਾਲ ਸਹੁਰਾ ਘਰ ਹੈ ਸਤਿਗੁਰੂ ਜੀ ਮਹਾਰਾਜ ਜੀ ਦਾ ਉਹਦੇ ਦਰਵਾਜ਼ੇ ਤੱਕ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਆ ਹੁਣ ਵੀ ਬੇਨਤੀ ਕਰਦੀ ਹੈ ਕਿ ਸਤਿਕਾਰਯੋਗ ਮਾਤਾ ਦਾਦੀ ਮਾਤਾ ਜੀ ਸਾਡੇ ਪੰਥ ਦੇ ਦਾਦੀ ਮਾਂ ਮਾਤਾ ਜੀ ਸਾਹਿਬ ਮਾਤਾ ਗੁਜਰੀ ਜੀ ਸਾਹਿਬ ਜੀ ਦਾ ਜੋ ਪੇਕਾ ਘਰ ਹੈ ਨਾ ਉਹ ਖਾਲਸਾ ਜੀ ਲਖਨੌਰ ਨਗਰ ਵਿੱਚ ਆ। ਕਦੇ ਜਾਓ ਤੇ ਜ਼ਰੂਰ ਜਾ ਕੇ ਦਰਸ਼ਨ ਪਾਉਣਾ। ਦਾਸ ਨੇ ਦਰਸ਼ਨ ਪਾਇਆ ਹੈ ਉੱਥੇ ਜਾ ਕੇ ਸਤਿਗੁਰੂ ਜੀ ਮਹਾਰਾਜ ਜੀ ਦੇ ਉਹ ਨਾਨਕੇ ਨਗਰ ਨੇ। ਮਹਾਰਾਜ ਉੱਥੇ ਖਿੱਦੋ ਵੀ ਖੇਡਦੇ ਰਹੇ ਨੇ ਬੜੇ ਚੋਜ ਕੌਤਕ ਮਹਾਰਾਜ ਨੇ ਕੀਤੇ। ਗੁਰੂ ਕੇ ਸਰੋਵਰ ਬੌਲੀਆਂ ਉੱਥੇ ਸ਼ੋਭਾਇਮਾਨ ਨੇ ਤੇ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰੀ ਜੀ ਸਾਹਿਬ ਜੀ ਦੀ ਲੱਕੜ ਦੀ ਪਰਾਤ ਵੀ ਹੈ ਉੱਥੇ। ਮਹਾਰਾਜ ਜੀ ਦਾ ਖਾਲਸਾ ਜੀ ਉੱਥੇ ਬੜਾ ਸੁੰਦਰ ਭੰਗੂੜਾ ਵੀ ਸ਼ੋਭਾਇਮਾਨ ਆ। ਦਾਸ ਨੇ ਜਾ ਕੇ ਦਰਸ਼ਨ ਤੇ ਪਰਸਨ ਵੀ ਪਾਇਆ। ਦਰਸ਼ਨ ਤਾਂ ਮਿਲਿਆਗਾ ਪਰ ਮਹਾਰਾਜ ਦਸਵੇਂ ਪਾਤਸ਼ਾਹ ਦੇ ਘਰ ਦਾ ਕੂਕਰ ਕੁੱਤਾ ਜਾਣ ਕੇ ਉੱਥੋਂ ਦੇ ਸੇਵਾਦਾਰਾਂ ਨੇ ਸਾਨੂੰ ਪਰਸਨ ਵੀ ਮਹਾਰਾਜ ਦੀ ਪਰਾਤ ਮਹਾਰਾਜ ਜੀ ਦੇ ਕਟਾਰ ਗੁਰੂ ਕੇ ਬਸਤਰ ਸ਼ਸਤਰ ਔਰ ਸਤਿਗੁਰਾਂ ਦੇ ਜਿਹੜਾ ਮਹਾਰਾਜ ਜੀ ਦਾ ਪਲੰਘ ਹੈ ਉਹਨੂੰ ਪਰਸ਼ਨ ਵੀ ਸਾਨੂੰ ਦਿੱਤਾ। ਉੱਥੋਂ ਦੇ ਗੁਰਮੁਖਾਂ ਨੇ ਗੁਰੂ ਘਰ ਦੇ ਪ੍ਰੇਮੀਆਂ ਨੇ ਉਹ ਕਥਾ ਸੁਣਦੇ ਸਨ ਤੇ ਇੱਛਾ ਵਿਅਕਤ ਕੀਤੀ ਸੀ ਉਹਨਾਂ ਨੇ ਵੀ ਚਲੋ ਸਾਡੇ ਵੀ ਉੱਥੇ ਮਹਾਰਾਜ ਦੇ ਅਸਥਾਨ ਦੇ ਦਰਸ਼ਨ ਹੋ ਜਾਣ। ਮੇਨ ਸਮਾਗਮ 'ਤੇ ਦਾਸ ਨਹੀਂ ਸੀ ਜਾ ਸਕਿਆ ਭਾਵੇਂ ਪ੍ਰੋਗਰਾਮ ਉਲੀਕਿਆ ਸੀ ਪਰ ਅੱਗੋਂ ਫਿਰ ਦਾਸ ਜਾ ਕੇ ਆਇਆ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਜਾ ਕੇ ਕੀਤੀ। ਗੁਰਮੁਖਾਂ ਦਾ ਮੈਨੂੰ ਨਾਮ ਭੁੱਲ ਗਿਆ ਰੱਬ ਦੇ ਪਿਆਰਿਆਂ ਦਾ ਬੜੇ ਪ੍ਰੇਮੀ ਨੇਮੀ ਗੁਰੂ ਘਰ ਦੇ ਤੇ ਇਸ ਪ੍ਰਕਾਰ ਉਹਨਾਂ ਨੇ ਮਾਤਾ ਜੀ ਸਾਹਿਬ ਜੀ ਦੀ ਪਰਾਤ ਵੀ ਇਹਨਾਂ ਪਾਪੀ ਹੱਥਾਂ ਨੂੰ ਛੁਹਾਈ ਕਿ ਕਿਤੇ ਕੋਈ
ਭਲਾ ਹੀ ਹੋ ਜੇ, ਉਧਾਰ ਹੀ ਹੋ ਜੇ, ਪਾਪ ਹੀ ਉਤਰ ਜਾਣ। ਮਹਾਰਾਜ ਦੇ ਸ਼ਸਤਰ ਵੀ ਅਤੇ ਮਹਾਰਾਜ ਜੀ ਦਾ ਉੱਥੇ ਸਾਧ ਸੰਗਤ ਜੀ ਬੜਾ ਸੁੰਦਰ ਸੋਹਣਾ ਮਹਾਰਾਜ ਜੀ ਦਾ ਪਲੰਗ ਵੀ ਹੈ। ਉਹਨੂੰ ਦੱਸਦੇ ਕਦੀ ਕਿਸੇ ਨੇ ਕੱਸਿਆ ਹੀ ਨਹੀਂ, ਉੱਦਾਂ ਦਾ ਉੱਦਾਂ ਹੀ ਆ। ਅਤੇ ਪੁਰਾਣੇ ਜ਼ਮਾਨਿਆਂ ਦੀ ਉਹਦੀ ਬਣਾਵਟ ਆ। ਅਤੇ ਉਹ ਜਿਵੇਂ ਫੋਲਡਿੰਗ ਮੰਜੇ ਹੁੰਦੇ ਨੇ ਨਾ ਅੱਜ ਕੱਲ੍ਹ, ਆਪਾਂ ਉਹਨੂੰ ਸੰਕੋਚ ਵੀ ਲੈਂਦੇ ਹਾਂ, ਇਕੱਠਾ ਵੀ ਕਰ ਲੈਂਦੇ ਹਾਂ। ਉਹ ਬੜਾ ਸੁੰਦਰ ਬਣਿਆ, ਲੱਕੜ ਦਾ ਮੰਜਾ, ਮਹਾਰਾਜ ਜੀ ਦਾ ਭੰਗੂੜਾ ਅਤੇ ਫੋਲਡਿੰਗ ਬਣਿਆ ਹੋਇਆ। ਅਤੇ ਸਤਿਗੁਰੂ ਜੀ ਮਹਾਰਾਜ ਉੱਥੇ ਲੰਮਾ ਸਮਾਂ ਜਾ ਕੇ ਰੁਕੇ ਨੇ। ਅਤੇ ਪੀਰ ਜੀ ਸਾਹਿਬ, ਪੀਰ ਭੀਖਣ ਸ਼ਾਹ ਜੀ ਸਾਹਿਬ ਜੀ ਨੂੰ ਦੁਬਾਰਾ ਉੱਥੇ ਮਾਣ ਨੇ ਦਰਸ਼ਨ ਦਿੱਤਾ ਸੀ ਜਾ ਕੇ। ਇਹਨਾਂ ਨੇ ਇੱਛਾ ਕੀਤੀ ਸੀ ਨਾ, ਜਦੋਂ ਇੱਥੇ ਆਏ ਸੀ ਪੀਰ ਜੀ ਸਾਹਿਬ, ਅਤੇ ਇੱਛਾ ਕੀਤੀ ਸੀ ਵੀ ਜਦੋਂ ਆਪ ਜੀ ਆਪਣੇ ਮੁਖ ਤੋਂ ਬਚਨ ਕਰਨ ਜੋਗੇ ਹੋਣ, ਅਤੇ ਉਦੋਂ ਤੱਕ ਇਹਨਾਂ ਨੇ ਕਿਹਾ ਸੀ ਮਹਾਰਾਜ ਪਰਮੇਸ਼ਰ ਅੱਲਾਹ ਤਾਲਾ ਮੈਨੂੰ ਸਵਾਸ ਦੇ ਦੀ, ਮੇਰੀ ਉਮਰ ਦਰਾਜ਼ ਕਰੀ, ਕਿ ਮੈਂ ਇਹਨਾਂ ਦਾ ਦਰਸ਼ਨ ਕਰਕੇ ਇਹਨਾਂ ਦੇ ਬਚਨ ਸੁਣਨੇ ਮੇਰੇ ਮਨ ਦੀ ਤਮੰਨਾ ਵਾ, ਮੇਰੇ ਮਨ ਦੀ ਇੱਛਾ, ਮੈਂ ਇਹਨਾਂ ਦਾ ਬਚਨ ਸੁਣ ਕੇ ਮੈਂ ਆਪਣੀ ਕਲਿਆਣ ਚਾਹੁੰਦਾ ਹਾਂ। ਅਤੇ ਪੀਰ ਜੀ ਸਾਹਿਬ 2 ਵਾਰੀ ਮਹਾਰਾਜ ਨੂੰ ਮਿਲੇ, ਇੱਕ ਵਾਰੀ ਇੱਥੇ ਮਿਲੇ ਨੇ, ਇੱਕ ਵਾਰੀ ਉੱਥੇ ਮਹਾਰਾਜ ਦਾ ਜਾ ਕੇ ਉਹਨਾਂ ਨੇ ਦਰਸ਼ਨ ਪਾਇਆ ਸੀ। ਸਾਈਂ ਜੀ ਸਾਹਿਬ ਜੀ ਨਾਲ ਨੇ, ਸਾਈਂ ਭੀਖਣ ਸ਼ਾਹ ਜੀ ਸਾਹਿਬ ਜੀ ਨਾਲ ਨੇ, ਉੱਥੇ ਮਹਾਰਾਜ ਨੇ ਉਹਨਾਂ ਨੂੰ ਖੁੱਲ੍ਹਾ ਦਰਸ਼ਨ ਦਿੱਤਾ ਸੀਗਾ। ਦੇ ਗਰੀਬ ਨਵਾਜ ਮਾਣ ਨੇ ਉਹਨਾਂ ਨੂੰ ਨਿਵਾਜਿਆ ਸੀ, ਆਪਣੇ ਬਚਨ ਵੀ ਦਿੱਤੇ ਸਨ। ਅਤੇ ਮੈਂ ਬੇਨਤੀ ਕਰਾਂ, ਸਾਡੇ ਸਮਾਜ ਵਿੱਚ ਕੋਈ ਬੰਦਾ ਕੰਮ ਨਾ ਕਰੇ ਅਤੇ ਕਹਿੰਦੇ ਤੂੰ ਕੰਮ ਨਹੀਂ ਕਰਦਾ, ਕਹਿੰਦੇ ਨਾਨਕੇ ਆਇਆ, ਕਹਿੰਦੇ ਉੱਠ ਕੇ ਕੰਮ ਕਰ। ਤੂੰ ਨਾਨਕੇ ਜਾਣ ਦਾ ਮਤਲਬ ਨਾ ਲੁੱਡੀਆਂ ਮਾਰਨੀਆਂ, ਖੇਡਣਾ ਮਿਲਣਾ। ਨਾਨਕੇ ਬੜੇ ਚਾਅ ਕਰਦੇ ਨੇ ਸਾਡੇ ਸਮਾਜ ਵਿੱਚ ਕਿ ਸਾਡਾ ਦੋਹਤਰਾ ਜਾਂ ਸਾਡੀ ਦੋਹਤਰੀ ਆਈ ਆ। ਨਾਨਕੇ ਜਾਣ ਦਾ ਮਤਲਬ ਹੁੰਦਾ ਨਿਰੋਲ ਵਿਹਲੇ ਰਹਿਣਾ। ਮਹਾਰਾਜ ਨੂੰ ਆਪਣੇ ਨਾਨਕੇ ਘਰ ਦੇ ਨਾਲ ਬਹੁਤ ਭਾਰੀ ਲਗਾਵ ਸੀਗਾ। ਉੱਥੇ ਜਾ ਕੇ ਮਾਣ ਨੇ ਬੜੀਆਂ ਖੇਡਾਂ ਕੀਤੀਆਂ, ਜਿਵੇਂ ਪਟਨੇ ਮਹਾਰਾਜ ਨੇ ਕੌਤਕ ਕੀਤੇ ਨੇ ਨਾ, ਲੀਲਾ ਕੀਤੀ ਆ, ਇੱਥੇ ਖੇਡਦੇ ਰਹੇ ਨੇ। ਉੱਥੇ ਮਹਾਰਾਜ ਦੇ ਅਸਥਾਨ ਬਣੇ ਹੋਏ ਨੇ, ਗੁਰੂ ਮਹਾਰਾਜ ਉੱਥੇ ਖਿੱਦੋ ਖੁੰਡੀ ਵੀ ਖੇਡਦੇ ਰਹੇ ਨੇ। ਮੇਰੀ ਬੇਨਤੀ ਹੈ ਕਦੇ ਉੱਧਰ ਜਾਓ ਪੰਜੋਖਰਾ ਸਾਹਿਬ ਸਾਈਡ, ਅਤੇ ਜ਼ਰੂਰ ਜਾ ਕੇ ਦਰਸ਼ਨ ਪਾਇਓ ਸਤਿਗੁਰੂ ਗਰੀਬ ਨਵਾਜ ਮਹਾਰਾਜ ਦੇ ਨਾਨਕੇ ਅਸਥਾਨ। ਅਤੇ ਉੱਥੇ ਬੜਾ ਸੁੰਦਰ ਪ੍ਰਬੰਧ ਆ ਹਰ ਪ੍ਰਕਾਰ ਦਾ, ਬਹੁਤ ਸਿਦਕ ਵਾਲੀ ਉੱਥੋਂ ਦੀ ਸੰਗਤ ਆ, ਭਾਵਨਾ ਵਾਲੇ ਗੁਰਸਿੱਖ ਨੇ। ਪਵਾਨ ਦੇ ਇਲਾਕੇ ਦੇ, ਅਤੇ ਪੰਜਾਬ ਦੇ ਵਿੱਚ ਮਾਝਾ ਮਾਲਵਾ ਦੁਆਬਾ ਨਾ, ਉਹਨੂੰ ਪੰਜੋਖਰੇ ਦੇ ਇਲਾਕੇ ਨੂੰ, ਅੰਬਾਲੇ ਦੇ ਇਲਾਕੇ ਨੂੰ ਪਵਾਂਦ ਕਹਿੰਦੇ ਨੇ। ਉੱਥੋਂ ਦੀ ਭਾਸ਼ਾ ਹੀ ਜਿਹੜੀ ਸੀ ਨਾ, ਉਹ ਮਾਤਾ ਗੁਜਰੀ ਜੀ ਸਾਹਿਬ ਜੀ ਦੀ ਭਾਸ਼ਾ ਸੀ। ਦੀ ਨੂੰ ਕੀ ਕਹਿਣਾ, ਦਾ ਨੂੰ ਕਾ ਕਹਿਣਾ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਦਾ ਨਹੀਂ, ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਉਹ ਇਹ ਉਧਰ ਦੀ ਭਾਸ਼ਾ ਹੈ। ਮਾਤਾ ਗੁਜਰੀ ਜੀ ਸਾਹਿਬ ਜੀ ਆਪਣੇ ਪੇਕੇ ਦੀ ਭਾਸ਼ਾ ਬੋਲਦੇ ਸਨ, ਅਤੇ 10ਵੇਂ ਪਾਤਸ਼ਾਹ ਮਾਣ ਨੇ ਵੀ ਉਹੀ ਭਾਸ਼ਾ ਜਿਹੜੀ ਆ ਉਹ ਖਾਲਸੇ ਨੂੰ ਦਿੱਤੀ ਆ। ਕਦੇ ਜਾਓ ਅਤੇ ਦਰਸ਼ਨ ਪਾਉਣਾ। ਤੋ ਮਹਾਰਾਜ ਦੇ ਜਿਹੜੇ ਪੇਕੇ ਹਨ ਸਤਿਕਾਰਯੋਗ, ਸਾਡੇ ਦਾਦੀ ਅੰਮਾ ਮਾਤਾ ਜੀ ਸਾਹਿਬ, ਮਾਤਾ ਗੁਜਰੀ ਜੀ ਸਾਹਿਬ ਜੀ ਦੇ, ਉਹ ਸਾਧ ਸੰਗਤ ਜੀ ਲਖਨੌਰ ਹਨ। ਅਤੇ ਇੱਥੇ ਕਰਤਾਰਪੁਰ ਮਹਾਰਾਜ ਦਾ ਕੁਛ ਪਰਿਵਾਰ ਦਾ ਹਿੱਸਾ ਰਹਿੰਦਾ ਸੀ, ਉਹਨਾਂ ਦੇ ਭਰਾਤਾ ਜੀ ਜਾਂ ਹੋਰ ਇਸ ਤਰ੍ਹਾਂ। ਇਸ ਕਰਕੇ ਵਿਆਹ ਆਨੰਦਕਾਰ ਜਿਹੜਾ ਹੈ ਉਹਦਾ ਟਿਕਾ ਉੱਥੇ ਹੋਇਆ ਹੈ। ਵਾਸਤਵਿਕ ਜਿਹੜੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਝ ਲਓ ਸਹੁਰੇ ਹਨ, ਉਹ ਮਹਾਰਾਜ ਦੇ ਉੱਥੇ ਨੇ ਸਾਧ ਸੰਗਤ ਜੀ ਲਖਨੌਰ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇਖ ਲਓ, ਜਿਹੜੀ ਅਰਦਾਸ ਹੁੰਦੀ ਆ ਉਹਦੇ ਵਿੱਚ ਲਖਨੌਰ ਦਾ ਬਕਾਇਦਾ ਜ਼ਿਕਰ ਆਉਂਦਾ। ਚਮਕੌਰ ਜੀ, ਲਖਨੌਰ ਜੀ, ਬਕਾਇਦਾ ਲਖਨੌਰ ਸਾਹਿਬ ਦਾ ਉੱਥੇ ਜ਼ਿਕਰ ਆਉਂਦਾ। ਸਤਿਗੁਰੂ ਗਰੀਬ ਨਵਾਜ ਮਹਾਰਾਜ ਦੇ ਨਾਨਕੇ ਘਰ ਹੋਣੇ। ਅਤੇ ਖੈਰ ਬਹੁਤਾ ਇਸ ਬਹਿਣ ਵਿੱਚ ਨਾ ਵਹਾ। ਇਸ ਪ੍ਰਕਾਰ ਮਹਾਰਾਜ ਆਪਣੇ ਸਸਰਾਲ ਗਏ ਹਨ, ਜੋ ਕਰਤਾਰਪੁਰ ਮਹਾਰਾਜ ਜੀ ਦੇ ਸਸਰਾਲ ਸਨ। ਸੋ ਹਾਲੀਆ ਉਹ ਸਮੇਂ ਦੇ ਹਿਸਾਬ ਦੇ ਨਾਲ ਉੱਥੇ ਮਹਾਰਾਜ ਵਿਆਹੁਣ ਵਾਸਤੇ ਗਏ ਹਨ। ਕੁਲ ਰੀਤ ਕਰੀ ਨਰ ਨਾਰੀ, ਤੇ ਸਾਮਾਈ ਭਾਈ ਨੇ ਮਿਲ ਕੇ ਜੋ ਗੁਰੂ ਘਰ ਦੀ ਰੀਤੀ ਰਸਮੋ ਰਿਵਾਜ ਸੀ ਮਰਜ਼ਾਦਾ ਨਿਭਾਈ ਹੈ। ਹੁਣ ਹਟ ਕਰ ਡੇਰਾ ਕੀਨਾ, ਇਸ ਪ੍ਰਕਾਰ ਫਿਰ ਹਟ ਕੇ ਡੇਰਾ ਕੀਤਾ ਹੈ। ਅਧਿਕ ਕੁਲਾਹਲ ਚੀਨਾ, ਤੇ ਬਹੁਤ ਵੱਡੀ ਗੁਰਸਿੱਖ ਸੰਗਤਾਂ ਦੀ ਉੱਥੇ ਇਕੱਤਰਤਾ ਹੈ। ਤੇ ਬੜਾ ਉੱਥੇ ਹੁਣ ਬਚਨ ਬਿਲਾਸ ਵੀ, ਰੌਲਾ ਰੱਪਾ ਵੀ ਪੈਣਾ ਹੀ ਸੀਗਾ, ਉਹ ਪੈ ਰਿਹਾ ਹੈ। ਸਭ ਟਿਕੀ ਬਰਾਤ ਆਨੰਦੇ, ਕਹਿੰਦੇ ਇਸ ਪ੍ਰਕਾਰ ਬਰਾਤ ਟਿਕ ਗਈ ਹੈ। ਬੜੀਆਂ ਖੁਸ਼ ਹਨ ਗੁਰੂ ਕੀਆਂ ਸੰਗਤਾਂ। ਗਨ ਮੰਗਲ ਪਿਖ ਹਰ ਖੰਦੇ, ਐਸਾ ਮੰਗਲ ਦੇਖ ਕੇ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਪ੍ਰਸੰਨ ਹੈ। ਦੋਹਰਾ ਜੁਗ ਘਟਕਾ ਨਿਸਕੇ ਬਿਤੇ, ਭੋਜਨ ਹੇਤ ਬੁਲਾਏ। ਇਸ ਪ੍ਰਕਾਰ ਮਹਾਰਾਜ ਉੱਥੇ ਰਾਤ ਰੁਕੇ ਨੇ। ਪਹਿਲਾਂ ਬਰਾਤਾਂ ਇਦਾਂ ਹੀ ਹੁੰਦੀਆਂ ਸਨ, 3-3 4-4 ਦਿਨ, ਹਫ਼ਤਾ ਵੀ ਬਰਾਤਾਂ ਰੁਕਿਆ ਕਰਦੀਆਂ ਸਨ। ਅੱਜ ਕੱਲ੍ਹ ਤੇ ਸੁਭਾਅ ਰੁੱਖੇ ਜਿਹੇ ਹੋ ਗਏ, ਲੋਕ ਪੈਲਸਾਂ ਪੂਲਸਾਂ ਜਾਂਦੇ, ਉੱਥੋਂ ਹੀ ਵਾਪਸ ਆ ਜਾਂਦੇ ਨੇ। ਤਾਂ ਹੀ ਫਿਰ ਉਹ ਭਾਈਚਾਰਾ ਹੌਲੀ ਹੌਲੀ ਮਰਦਾ ਜਾ ਰਿਹਾ ਨਾ।
महाराज वो रात गए ने मिलनी हुई है तो विश्राम किया। देखो ब्याह अगले दिन आ ते जो घटा निसके बिते, जो 2 घड़ियाँ रात बतीत हुई है उस वेले भोजन हेत बुलाए भोजन वास्ते। हुण सानू वेख लो रोटी का टाइम, गुरु की कथा ना, गुरु की जीवन जुगत आ, रोटी का टाइम 2 घड़ियाँ रात बतीत हुई, 2 घड़ियाँ 24 मिनट की घड़ी बनती है, करीबन पौना घंटा हो गया। तो पौना घंटा समझ लो 6:45 बजे अज के टाइम सिस्टम के हिसाब के नाल, मतलब महाराज समय नाल ही प्रसादा छक लेंदे। जिन्हें रात को 12 बजे रोटियां खानियां उन्हें तड़के कित्थों उठना, फिर बीमारियां भी लगदियां, मोटापा भी आउंदा, कई कुछ हुंदा है। प्रसादा रात का बहुत सारे गुरसिखां ने नियम बनाया कि छकना नहीं, जां टाइम के नाल छक लेना, रात को दुध इत्यादि पी के फिर सौ जाना, सवेरे अमृत वेले जाग भी आ जाती है, जां खट्टे भैड़े डकार भी नहीं आउंदे, शरीर भी तंदुरुस्त रहिंदा है। ये गुरु का इतिहास है ना, साडे लई जीवन जुगत आ कि सतगुरु किवें सौंदे, किवें जागदे, किवें उठदे, खाण पीण पहरान की सी महाराज जी का। ये कथा साडे लई जीवन जुगत आ। प्यार नाल आखो सतनाम श्री वाहिगुरू। इस प्रकार महाराज जी ने 2 घड़ियाँ रात बतीत हुई तो भोजन वास्ते सतगुरु जी महाराज ने सौरा पिता जी ने बुलाया, सेवादार भेज के श्री गुर हर गोबिंद जी चले चले संग समुदाय। इस तरह गुरु हरगोबिंद साहब सच्चे पातशाह जी महाराज नाल अपने संग लैके काफला लैके गुरसिखां दा चले भोजन वास्ते। कुल छंद श्री तेग बहादुर दूलो। इस तरह गुरु तेग बहादुर साहब जी महाराज दुल्हे रूप दे विच सब आगे गुर अनुकूल, सब तो अगे जांदे ने महाराज जी दे अनुसारी हो के। कर लाल चंद के चाले, बाबा लाल चंद जी साहब जी दा जो हालिया घर सीगा उत्थे चले हन। गनबादत तुनी उठा ले। इस तरह अगे जांदे ने गुरसिख नगारे बजाउंदे होए, भेरियां बजाउंदे, संख बजाउंदे होए अगे जांदे ने, सुचेत करते जाते। सुचेत जो आखे सतगुरु जी महाराज आ रहे, हथ जोड़ लो, सिर कज लो, जोड़े उतार लो। महाराज 2 जहान दे वाली सतगुरु गुरु हरगोबिंद साहब सच्चे पातशाह महाराज आए ने। इस तरह गुरसिख सुचेत करते जाते ने, नगारे बजाउंदे होए। तबया तसबाजी छोरे, उस वेले महाराज जी की बरात आउण दी खुशी विच आतशबाजी पटाखे जो हन चलाए हन। जात गगन की ओरे, पटाखे जेड़े ने वो आसमान नूं उड़दे जा रहे। उन्हां जमाने विच पटाखियां दा इजाद हो गया सीगा, भावें तुसीं इतिहास पढ़ के देख लो। बहुचार मताबी बारी, इस प्रकार मताबियां चलदियां ने, हवाइयां इत्यादि कुशुरलियां जिन्नू कहंदे हन। जन फूल रही फुलवारी, मान लो फुलवाड़ियां ही फुल रहीआं होण। सो इस प्रकार के पटाखे अजकल तो भैड़े पटाखे ने ना, पोल्यूशन इत्यादि फैलता है जां होर कई बीमारियां। उन्हां जमानिਆਂ ਵਿੱਚ पटाखिਆਂ ਵਿੱਚ अगन भी ਜਿਹੜੀ ਹੁੰਦੀ ਸੀ ਉਹ बड़े तरतीब सिर ਬਣਾਉਂਦੇ, ਘਿਓ ਇਤਿਆਦਿਕ ਦਾ ਵਿੱਚ ਅੰਸ਼ ਪਾਉਂਦੇ ਸਨ। फिर इस प्रकार ਉਹਨਾਂ ਵਿੱਚੋਂ ਗੰਧ ਆਉਂਦੀ ਸੀਗੀ। सो आकेसर कुंकम आदिक समगरी ਜਿਹੜੀ ਸੀ ਉਹਦਾ ਉਹਦੇ ਵਿੱਚ ਸਪੇਲ ਇਤਿਆਦਿਕ ਹੋਇਆ ਕਰਦਾ ਸੀਗਾ। को छोटत शब्द उठा ले, ਇਸ ਪ੍ਰਕਾਰ ਇਹ ਪਟਾਕੇ ਚੱਲਦੇ ਨੇ, ਸ਼ਬਦ ਉੱਠਦਾ। ਆ ਕਈਆਂ ਨੂੰ ਪਟਾਕਿਆਂ ਤੋਂ ਬੜੀ ਦਿਲ ਦੀ ਧੜਕਨ ਵੱਧਦੀ, ਕਈਆਂ ਦੀ ਖੁਰੇ ਅਟੈਕ ਹੀ ਨਾ ਹੋ ਜੇ ਨਿੰਦਕਾਂ ਨੂੰ ਕਿ ਗੁਰੂ ਘਰ ਦੇ ਵਿੱਚ ਇਹ ਖੁਸ਼ੀਆਂ ਕਿਉਂ ਹੁੰਦੀਆਂ ਜੀ, ਦੀਵੇ ਕਿਉਂ ਬਾਲਦੇ ਜੀ, ਆਖੇ ਜੀ ਇਹਨਾਂ ਦੀਵਿਆਂ ਦਾ ਕੁਛ ਹੋਰ ਕਰ ਲਓ ਜੀ, ਇਹ ਹੈ ਉਹ ਹੈ। ਹੋਰ ਨਹੀਂ ਕੁਛ ਹੋ ਰਿਹਾ ਇੱਥੇ, ਲੰਗਰ ਗੁਰੂ ਕੇ ਚੱਲਦੇ ਨਹੀਂ ਦਿਖਦੇ ਕਿ ਉਹਨਾਂ ਨੂੰ। ਇੰਨਾ ਗਰੀਬ ਗੁਰਬਾਨ ਕੇ ਇੱਥੋਂ ਮਹਾਰਾਜ ਦੇ ਘਰ ਵਿੱਚੋਂ ਬਰਸ ਆਉਂਦਾ ਹੈ। ਲੱਖਾਂ ਸਰੀਰ ਜਿਹੜੇ ਨੇ ਥਾਵਾਂ ਪਰ ਥਾਵਾਂ ਤੋਂ ਗੁਰੂ ਘਰਾਂ ਵਿੱਚ ਛਕਦੇ। ਜੇ ਗੁਰਸਿੱਖਾਂ ਨੇ ਸਤਿਗੁਰਾਂ ਦੇ ਉੱਪਰ ਆਪਣੇ ਸ਼ੌਂਕ ਨਹੀਂ ਕਰਨੇ, ਕਿਹਦੇ ਉੱਪਰ ਕਰਨੇ ਨੇ? ਗੁਰਸਿੱਖ ਆ ਭਾਵੇਂ ਗਰੀਬੀ ਦੀ ਹਾਲਤ ਵਿੱਚ ਰਹਿੰਦੇ, ਮਾਣ ਨੂੰ 2.5 ਲੱਖ ਰੁਪਏ ਦੇ ਚੰਦੋਵੇ ਅਰਪਣ ਕਰਦੇ ਨੇ। ਆ ਭਾਵੇਂ ਝੁੱਗੀਆਂ ਝੌਪੜੀਆਂ ਵਿੱਚ ਰਹਿੰਦੇ। ਇਹ ਮੁਹੱਬਤ ਆ ਨਾ, ਮੁਹੱਬਤਾਂ ਵਾਲੇ ਇਦਾਂ ਹੀ ਕਰਦੇ ਹੁੰਦੇ ਨੇ। ਮੁਹੱਬਤਾਂ ਤੋਂ ਸਖਣਿਆਂ ਨੂੰ ਕੀ ਪਤਾ ਹੈ ਮੁਹੱਬਤਾਂ ਦੇ ਕੀ ਪੈਮਾਨੇ ਹੁੰਦੇ ਨੇ। ਉਹ ਇਦਾਂ ਹੀ ਹੁੰਦਾ ਹੈ ਜਿੱਥੇ ਪ੍ਰੇਮ ਹੋਵੇ। ਆਪ ਬੰਦਾ ਉੱਥੇ ਥੋੜ੍ਹਾ ਖਾ ਲੈਂਦਾ, ਘੱਟ ਵੀ ਖਾ ਲੈਂਦਾ, ਨਹੀਂ ਵੀ ਖਾਂਦਾ, ਪਰ ਜਿਹਨੂੰ ਪਿਆਰ ਕਰਦਾ ਉਹਨੂੰ ਉਹਦੇ ਲਈ ਉਹ ਕੀਮਤੀ ਤੋਂ ਕੀਮਤੀ ਵਸਤੂਆਂ ਲੈ ਕੇ ਜਾਂਦਾ। ਇਹ ਗੁਰਸਿੱਖਾਂ ਦੀ ਮੁਹੱਬਤ ਦੀ ਇੰਤਹਾ ਹੈ ਕਿ ਆ ਭਾਵੇਂ ਗਰੀਬੀ ਵਿੱਚ ਰਹਿੰਦੇ, ਮਹਾਰਾਜ ਦੇ ਘਰ ਇਹਨਾਂ ਨੇ ਸੋਨੇ ਦੇ ਬਣਾਏ ਹੋਏ ਨੇ। ਇਹ ਗੁਰਸਿੱਖਾਂ ਦੀ ਰਸਮੋ ਰਿਵਾਜ ਹੈ ਭਾਈ। ਇੱਥੇ ਵੀ ਮਹਾਰਾਜ ਦੇ ਤਖਤ ਅਸਥਾਨ 'ਤੇ ਆ ਦੀਵਾਲੀ ਆ ਰਹੀ ਹੈ, ਬੰਦੀ ਛੋੜ ਦਿਵਸ। ਬਹੁਤ ਸਾਰੀਆਂ ਬੇਅੰਤ ਸੰਗਤਾਂ ਇੱਥੇ ਆਣ ਕੇ ਘਿਓ ਦੇ ਦੀਵੇ ਜਗਾਉਂਦੀਆਂ ਹੈ। ਫਿਰ ਪਟਾਕੇ ਇਤਿਆਦਿ ਵੀ ਚੱਲਦੇ ਨੇ, ਖੁਸ਼ੀ ਦੇ ਮਾਹੌਲ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇੱਥੇ ਮਹਾਰਾਜ ਦੇ 2 ਹੁਕਮਨਾਮੇ ਨੇ। ਇਹ ਅਸਥਾਨ ਜਿਹੜਾ ਨਾ, ਇਹਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਮ ਧਰਿਆ ਸੀ ਪੂਰਬ ਕੀ ਸੰਗਤ। ਇਹਦਾ ਨਾਮ ਸੀ, ਪਹਿਲਾਂ ਇਹਨੂੰ ਜੌਹਰੀ ਕੀ ਸੰਗਤ ਕਹਿੰਦੇ ਸੀ,
फिर पूर्व की संगत महाराज ने कहा सी पूर्व की संगत गुरु का खालसा है। फिर महाराज गुरु 10वें पातशाह ने ਇਹਦਾ नाम तखत श्री हरमंदर जी पटना साहिब अपने मुख तो धरिया कि साडा तखत ते साडा हरिमंदर पटना ही है, क्योंकि महाराज अकाल तखत भी नहीं गए, महाराज हरमंदर ਅੰਮ੍ਰਿਤਸਰ ਸਾਹਿਬ भी नहीं गए हैं। इस करके गुरु हरगोबिंद साहिब जी महाराज के बंदी छोड़ पुरब ਨੂੰ ਇੱਥੇ विशेष करके मनाया जाता, होर तख्तां गुरधामां गुरस्थानां की तरह। खैर इस प्रकार गुरसिखां ने आतशबाजियां चलाइयां ने, वो आतशबाजियां उपर ਨੂੰ ਉੱਡਦੀਆਂ ਜਾਂਦੀਆਂ ਹਨ। ਉਹ ਚਰਖੇ ਪਰਮਤ ਵਿਸਾਲੈ, ਕੋਈ ਚਰਖੀਆਂ ਚਲਾਉਂਦੇ ਹਨ, ਉਹ ਭਰਮ ਦੀਆਂ ਵਿਹੜੇ ਵਿੱਚ ਇੱਧਰ ਉੱਧਰ ਬੱਚੇ ਨੱਚਦੇ ਟੱਪਦੇ, ਉਹਨਾਂ ਚਰਖੀਆਂ ਨੂੰ ਵੇਖ ਕੇ ਖੁਸ਼ੀਆਂ ਕਰਦੇ ਮਹਾਰਾਜ ਦੇ ਵਿਆਹ ਦੀਆਂ। ਵੱਡ ਕਰਤ ਜੋਧ ਥਿਤ ਨਾਨਾ, ਇਸ ਪ੍ਰਕਾਰ ਰਾਏ ਜੋਧ ਜੀ ਸਾਹਿਬ ਸਾਰੇ ਗੁਰਸਿੱਖ ਜਿਹੜੇ ਨੇ ਸੋ ਮਹਾਰਾਜ ਦੇ ਸਨਮੁਖ ਖੜੇ ਹੋਏ ਹਨ। ਇਵੇਂ ਅਧਿਕ ਤਮਾਸੋ ਠਾਨਾ, ਇਸ ਪ੍ਰਕਾਰ ਜ਼ੋਰ ਜ਼ੋਰ ਦੀ ਆਵਾਜ਼ਾਂ ਹੁੰਦੀਆਂ ਨੇ, ਗੁਰਸਿੱਖ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕਰਦੇ ਹਨ। ਨਰ ਨਾਰੀ ਬੋਲਿਓ ਕੇ ਆਨੰਦ, ਭਾਈ ਭਾਈ ਵੇਖ ਕੇ ਮਹਾਰਾਜ ਦੇ ਵਿਆਹ ਦਾ ਚਾਓ ਪ੍ਰਸੰਨ ਹੁੰਦੇ ਹਨ। ਜੇ ਕੈਠਾ ਪੀਰ ਬਿਲੰਦ, ਜਿੱਥੇ ਕਿੱਥੇ ਦੇਖ ਲੋ ਸੰਗਤ ਦੀ ਭੀੜ ਹੀ ਭੀੜ ਹੋਈ ਪਈ ਹੈ ਭਾਈ। ਚਲ ਸਨੈ ਸਨੈ ਗੁਰ ਧੀਰਾ, ਇਸ ਪ੍ਰਕਾਰ ਹੌਲੀ ਹੌਲੀ ਮਹਾਰਾਜ ਦੁਲਹੋ ਦੇ ਰੂਪ ਦੇ ਵਿੱਚ ਅੱਗੇ ਜਾਂਦੇ ਹਨ। ਅਵਲੋਕਤ ਚਲਤ ਪਰਵੀਰਾ, ਇਸ ਤਰ੍ਹਾਂ ਮਹਾਰਾਜ ਗਰੀਬ ਨਵਾਜ ਵੱਡੇ ਬਹਾਦਰ ਯੋਧੇ ਪਰਉਪਕਾਰੀ ਸਤਿਗੁਰੂ ਇਹ ਕੌਤਕ ਨੂੰ ਨੇਤਰਾਂ ਦੇ ਨਾਲ ਤੱਕਦੇ ਹਨ। ਕਰ ਲਾਲ ਚੰਦ ਕੇ ਜਾਈ, ਇਸ ਤਰ੍ਹਾਂ ਚੋਜ ਕਰਦੇ ਹੋਏ ਮਹਾਰਾਜ ਲਾਲ ਚੰਦ ਜੀ ਸਾਹਿਬ ਜੀ ਦੇ ਆਪਣੇ ਸਹੁਰਾ ਪਿਤਾ ਜੀ ਦੇ ਹਾਲੀਆ ਘਰ ਵਿੱਚ ਪਹੁੰਚੇ। ਗਨ ਪੰਕਤ ਕਰ ਬੈਠਾਈ, ਔਰ ਵੱਡੀ ਗਿਣਤੀ ਵਿੱਚ ਉਹਨਾਂ ਨੇ ਪੰਗਤ ਕਰਕੇ ਮਹਾਰਾਜ ਨੂੰ ਬਿਠਾਇਆ, ਪੰਗਤ ਵਿੱਚ ਭੋਜਨ ਛਕਿਆ। ਦੇਖ ਲਓ ਭਾਈ ਖੁਸ਼ੀਆਂ ਵੀ ਹੋ ਰਹੀਆਂ ਨੇ ਪਰ ਮਰਜ਼ਾਦਾ ਨਹੀਂ ਗਵਾਈ ਹੋਈ। ਆਏ ਬਰਾਤ ਵਿੱਚ ਨੇ, ਕੈਸਾ ਸੁੰਦਰ ਮਾਹੌਲ। ਗਨ ਪੰਗਤ ਕਰ ਬੈਠਾਈ, ਗੁਰੂ ਕਾ ਵਿਆਹ ਹੋ ਰਿਹਾ ਤੇ ਪੰਗਤ ਵਿੱਚ ਸੰਗਤ ਬੈਠੀ ਹੋਈ, ਕੁਰਸੀਆਂ ਤੇ ਨਹੀਂ ਪੰਗਤ ਵਿੱਚ ਬੈਠੇ ਹਨ। ਬਰ ਚੰਦਨ ਚੌਂਕੀ ਚਾਰੂ, ਤੇ ਮਹਾਰਾਜ ਜੀ ਦੇ ਭੋਜਨ ਪ੍ਰਸ਼ਾਦ ਵਾਸਤੇ ਸੋਹਣੀ ਚੰਦਨ ਦੀ ਚੌਂਕੀ ਧਰੀ ਹੈ। ਰੁਚਰਾਸਨ ਤਿਸ ਪਰ ਡਾਰੂ, ਉਹਦੇ ਉੱਪਰ ਸੋਹਣਾ ਆਸਣ ਜਿਹੜਾ ਹੈ ਮਖਮਲ ਦੀ ਸਈਆ ਵਿਛਾਈ ਹੋਈ ਹੈ। ਸਨਮਾਨ ਗੁਰੂ ਬੈਠਾਏ, ਸਨਮਾਨ ਦੇ ਸਹਿਤ ਸਤਿਗੁਰੂ ਜੀ ਮਹਾਰਾਜ ਜੀ ਨੂੰ ਬਿਠਾਇਆ। ਕਰ ਤੋਵਨ ਕੋ ਜਲ ਲਿਆਏ, ਉਸ ਵੇਲੇ ਮਹਾਰਾਜ ਦੇ ਹੱਥ ਧੋਣ ਵਾਸਤੇ ਬਾਬਾ ਲਾਲ ਚੰਦ ਜੀ ਸਾਹਿਬ ਆਪ ਖਾਸ ਤੇ ਉਹਨਾਂ ਦੇ ਵਿਸ਼ੇਸ਼ ਮਹਿਮਾਨ ਮਹਾਰਾਜ ਜੀ ਦੀ ਹੱਥ ਧੋਣ ਵਾਸਤੇ ਜਲ ਲੈ ਕੇ ਆਏ ਹਨ। ਥਾਰ ਤਰੇ ਸੋ ਅਗਾਰੀ, ਫਿਰ ਮਹਾਰਾਜ ਦੇ ਅੱਗੇ ਥਾਲ ਧਰਿਆ ਹੈ। ਪਕਵਾਨ ਅਨੇਕ ਪ੍ਰਕਾਰੀ, ਅਨੇਕਾਂ ਪ੍ਰਕਾਰ ਦੇ ਜਿਹੜੇ ਪਕਵਾਨ ਅੱਗੇ ਧਰੇ ਹਨ। ਬਹੁਤ ਸੁੰਦਰ ਦਏ ਆਹਾਰਾ, ਫਿਰ ਉਸ ਥਾਲ ਵਿੱਚ ਭੋਜਨ ਪਾਇਆ। ਇਹ ਵੀ ਥੋੜਾ ਜਿਹਾ ਨੁਕਤਾ ਹੀ ਹੈਗਾ ਸਮਝਣ ਵਾਲਾ ਜੇ ਸਮਝ ਲਈਏ। ਸਭ ਤੋਂ ਪਹਿਲਾਂ ਹੱਥ ਧੋਤੇ ਨੇ, ਸੁਚਮਤਾ ਦੀ ਮਰਜ਼ਾਦਾ ਦੀ ਨਿਸ਼ਾਨੀ। ਫਿਰ ਅੱਗੇ ਥਾਲ ਧਰਿਆ ਤੇ ਫਿਰ ਪਕਵਾਨ ਪਾਏ। ਅੱਜ ਕੱਲ੍ਹ ਸਾਡੀ ਰੀਤੀ ਬਣ ਗਈ ਹੈ ਕਿ ਆਪਾਂ ਰਸੋਈਆਂ ਦੇ ਵਿੱਚੋਂ ਹੀ ਥਾਲ ਪਰੋਸ ਕੇ ਲੈ ਕੇ ਆਉਂਦੇ ਹਾਂ। ਕਿਸੇ ਨੇ ਕੁਛ ਨਹੀਂ ਲੈਣਾ ਹੁੰਦਾ, ਕਿਸੇ ਨੇ ਵੱਧ ਲੈਣਾ ਹੁੰਦਾ, ਘੱਟ ਲੈਣਾ ਹੁੰਦਾ, ਫਿਰ ਅਸੀਂ ਝੂਠ ਛੱਡਦੇ ਹਾਂ ਜਾਂ ਅਗਲੇ ਨੂੰ ਛੱਡਣ ਲਈ ਮਜਬੂਰ ਕਰਦੇ ਹਾਂ। ਮੈਂ ਬੇਨਤੀ ਕਰਾਂ ਖਾਲਸਾ ਜੀ, ਸੰਗਤ ਜੀਓ, ਸਾਡੀ ਇਹ ਰੀਤੀ ਬਣ ਗਈ ਹੈ ਕਿ ਧੱਕੇ ਨਾਲ ਵੱਧ ਭੋਜਨ ਪਾਉਣਾ ਕਿਸੇ ਦੇ ਥਾਲ ਵਿੱਚ। ਪ੍ਰੇਮ ਸਹਿਤ ਹੁੰਦਾ ਹੈ, ਜਿੱਥੇ ਪ੍ਰੇਮ ਹੋਵੇ ਕਿ ਅਗਲਾ ਹੋਰ ਜ਼ਿਆਦਾ ਛਕ ਲਵੇ। ਇਹ ਇੱਕ ਪ੍ਰੇਮ ਦੀ ਬਣੀ ਹੋਈ ਅਚੇਤਨ ਮਨ ਵਿੱਚ ਬਿਰਤੀ ਹੈ। ਪਰ ਕਦੀ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ ਵੀ ਆਹ ਜ਼ਰੂਰ ਖਾ ਲਓ ਜਾਂ ਇੰਨਾ ਹੀ ਖਾ ਲਓ, ਕਿ ਛਕਾਉਣੇ ਤਾਂ ਆਪਾਂ ਦੁਖੀ ਅਗਲੀ ਦੀ ਖੁਸ਼ੀ ਲੈਣ ਲਈ ਹੈ, ਅਗਲਾ ਵੀ ਦੁਖੀ ਹੋ ਜਾਏ, ਇਹ ਨਹੀਂ ਚਾਹੀਦਾ। ਜਾਂ ਫਿਰ ਉਹ ਦੁਖੀ ਹੋ ਕੇ ਭੋਜਨ ਛੱਡੇ। ਗੁਰੂ ਕਾ ਪ੍ਰਸ਼ਾਦ ਭੋਗ ਲੱਗਾ ਹੁੰਦਾ, ਅਸੀਂ ਪਾਪਾਂ ਦੇ ਭਾਗੀਦਾਰ ਬਣਦੇ ਹਾਂ। ਇਸ ਪ੍ਰਕਾਰ ਇਹ ਰੀਤੀ ਨਹੀਂ ਹੋਣੀ ਚਾਹੀਦੀ। ਪਹਿਲਾਂ ਬਰਤਨ ਵਰਤਾਉਣੇ ਚਾਹੀਦੇ ਨੇ, ਇੱਕ ਇੱਕ ਜਾਂ ਦੋ ਦੋ ਪ੍ਰਸ਼ਾਦੇ ਪਹਿਲਾਂ ਧਰ ਦੇਣੇ ਚਾਹੀਦੇ ਨੇ। ਫਿਰ ਜਿਹੜਾ ਪ੍ਰਸ਼ਾਦਾ ਹੈ ਬਾਅਦ ਵਿੱਚ ਜਿੰਨਾ ਕੋਈ ਮੰਗੇ ਉਹਨਾਂ ਹੀ ਪ੍ਰਸ਼ਾਦਾ ਜਾਂ ਜਲ ਇਤਿਆਦਿਕ ਜੋ ਵੀ ਸਬਜ਼ੀ ਭਾਜੀ ਹੋਵੇ, ਚਾਵਲ ਖੀਰ ਇਤਿਆਦਿਕ ਜੋ ਵੀ ਪਕਵਾਨ ਹੋਵੇ ਉਹਨੂੰ ਓਨਾ ਹੀ ਦੇਣਾ ਚਾਹੀਦਾ। ਸਾਡੇ ਜਿਹੜੇ ਵੱਡੇ ਨੇ ਜਿਨ੍ਹਾਂ ਨੇ ਸਾਨੂੰ ਵਿਦਿਆ ਪੜ੍ਹਾਈ ਆ ਟਕਸਾਲ ਵਿੱਚ, ਉਹਨਾਂ ਨੇ ਸ਼ਸਤਰ ਵਿਦਿਆ ਵੀ ਸਿਖਾਈ, ਹਰ ਪ੍ਰਕਾਰ ਦਾ ਸ਼ਸਤਰ ਚਲਾਉਣਾ ਵੀ ਸਿਖਾਇਆ, ਫਿਰ ਕਥਾ ਵੀ ਸਿਖਾਈ, ਹਰ ਇੱਕ ਤਰਤੀਬ ਦਿੱਤੀ। ਲੰਗਰ ਵਰਤਾਉਣਾ ਵੀ ਬਕਾਇਦਾ ਉਹਨਾਂ ਨੇ ਸਿਖਾਇਆ। ਉਹ ਕਹਿੰਦੇ ਸੀ ਜਦੋਂ ਥਾਲ ਵਿੱਚੋਂ ਅਸੀਂ ਕੜਛੀ ਦੇ ਨਾਲ ਭੋਜਨ ਕੱਢਦੇ ਹਾਂ ਤੇ ਜੋ ਇਸ ਪ੍ਰਕਾਰ ਉਹ ਬਾਲਟੀ ਇਤਿਆਦਿਕ ਹੁੰਦੀ ਹੈ ਉਹਦੇ ਨਾਲ ਕਰਛੀ ਦਾ ਥੱਲੜਾ ਹਿੱਸਾ ਛੁਹਾਓ। ਮਤਲਬ ਇੱਕ ਬੂੰਦ ਵੀ ਜਿਹੜੀ ਆ ਉਹ ਭੋਜਨ ਦੀ ਥੱਲੇ ਜਾਂ ਛਕਣ ਵਾਲੇ ਦੇ ਕੱਪੜਿਆਂ 'ਤੇ ਨਹੀਂ ਡਿੱਗਣੀ ਚਾਹੀਦੀ, ਭਾਵੇਂ ਸਲੋ ਵਰਤਾ ਲਵੋ। ਗੁਰੂ ਕਾ ਅੰਨ ਜਿਹੜਾ ਹੈ ਇਹ ਖਰਾਬ ਨਹੀਂ ਹੋਣਾ ਚਾਹੀਦਾ, ਮਹਾਰਾਜ ਦਾ ਉਹਨੂੰ ਭੋਗ ਲੱਗਾ ਹੋਣਾ। ਇਸ ਪ੍ਰਕਾਰ ਸੋ ਇਹ ਗੁਰੂ ਕੀ ਤਰਤੀਬ ਹੈ।
ਮਹਾਰਾਜ ਦੇ ਸਭ ਤੋਂ ਪਹਿਲਾਂ ਹੱਥ ਧਵਾਏ ਨੇ, ਹੱਥ ਧੋ ਕੇ ਭੋਜਨ ਸਾਨੂੰ ਪਾਉਣਾ ਚਾਹੀਦਾ। ਫਿਰ ਅੱਗੇ ਥਾਲ ਧਰੇ ਹਨ, ਤੇ ਫਿਰ ਥਾਲ ਅੱਗੇ ਧਰ ਕੇ ਪੁਣ ਥਾਰ ਸੋ ਧਰੇ ਅਗਾਰੀ ਪਕਵਾਨ ਅਨੇਕ ਪ੍ਰਕਾਰੀ, ਅਨੇਕਾਂ ਪ੍ਰਕਾਰ ਦੇ ਫਿਰ ਪਕਵਾਨ ਪਰੋਸੇ ਹਨ ਮਹਾਰਾਜ ਨੂੰ। ਬਹੁਤ ਸੁੰਦਰ ਦਏ ਆਹਾਰ, ਬਹੁਤ ਸੁੰਦਰ ਸੋਹਣੇ ਬਣੇ ਹੋਏ ਆਹਾਰ ਭੋਜਨ ਅਰਪੇ ਹਨ। ਸਭ ਅਚੈ ਸਵਾਦਲੇ ਭਾਰ, ਬੜੇ ਸਵਾਦਲੇ ਭੋਜਨ ਹਨ, ਗੁਰਸਿੱਖ ਔਰ ਸਤਿਗੁਰੂ ਜੀ ਮਹਾਰਾਜ ਛਕਦੇ ਹਨ। ਮਨ ਭਾਵਤ ਅਚ ਤ੍ਰਿਪਤਾਏ, ਮਨ ਪਾਉਂਦੇ ਹੋਏ ਭੋਜਨ ਛਕ ਕੇ ਸਾਰੇ ਤ੍ਰਿਪਤ ਹੋ ਗਏ। ਪੁਨ ਪਾਨ ਪਖਾਰ ਸਬਾਏ, ਫਿਰ ਸਾਰਿਆਂ ਦੇ ਹੱਥ ਧਵਾਏ ਹਨ, ਉੱਥੇ ਬੈਠੇ ਹੋਏ ਗੁਰਸਿੱਖਾਂ ਦੇ ਹੱਥ ਧਵਾਏ ਨੇ। ਹੱਥ ਧਵਾਉਣ ਦੀ ਇਹ ਬੜੀ ਸੁਚੱਜੀ ਮਰਜ਼ਾਦਾ, ਵੱਡਿਆਂ ਦੇ ਹੱਥ ਧਵਾਏ ਜਾਂਦੇ ਨੇ ਜਿਹੜੇ ਅਦਬ ਤੇ ਸਤਕਾਰ ਵਾਲੇ ਹੋਣ। ਇਸ ਪ੍ਰਕਾਰ ਗੁਰਸਿੱਖਾਂ ਦੇ ਹੱਥ ਧਵਾਏ ਹਨ। ਤਨ ਡਾਰ ਝੂਠ ਮੈਂ ਆਏ, ਤੇ ਇਸ ਪ੍ਰਕਾਰ ਕਿਸੇ ਨੇ ਕਿਸੇ ਪ੍ਰਕਾਰ ਦਾ ਜਿਹੜਾ ਭੋਜਨ ਹੈ ਉਹਨੂੰ ਨਹੀਂ ਛੱਡਿਆ ਹੈ। ਉਹ ਭੋਜਨ ਜਿਹੜਾ ਸਭ ਤੋਂ ਵੱਡਾ ਧਨ ਹੈ। ਪਸ ਧਨ ਅਧਨ ਕਨਕ ਅਰਧ ਧਨ ਸਰਬ ਧਨ ਇਹ ਧਾਨ ਜਾਣ ਕੇ ਨਿਜ ਡੇਰੇ ਵਿਖੈ ਸੁਹਾਏ, ਤੇ ਫਿਰ ਆਪਣੇ ਡੇਰੇ ਵਿੱਚ ਆ ਗਏ ਹਨ ਸਤਿਗੁਰੂ ਜੀ ਮਹਾਰਾਜ। ਨਿਸ ਡੂਢ ਜਾਮ ਜਬ ਬੀਤੇ, ਜਿਸ ਵੇਲੇ 1:30 ਪਹਿਰ ਰਾਤ ਬਤੀਤ ਹੋ ਗਈ ਹੈ, ਲਾਮਾ ਦੇਨ ਸਪ੍ਰੀਤੀ, ਅੰਮ੍ਰਿਤ ਵੇਲਾ ਹੋਇਆ। ਅੰਮ੍ਰਿਤ ਵੇਲੇ ਉਸ ਵੇਲੇ ਲਾਵਾਂ ਦੇ ਵਾਸਤੇ ਸਾਰਿਆਂ ਦੇ ਮਨ ਵਿੱਚ ਚਾਅ ਤੇ ਉਤਸ਼ਾਹ ਹੋਇਆ। ਦਾਸ ਕੱਲ ਮੈਨੂੰ ਅਚਨਚੇਤੀ ਬਚਨ ਚੇਤੇ ਆ ਗਿਆ, ਮੈਨੂੰ ਰੜਕਦਾ ਤੇ ਸੀ ਮੇਰੇ ਦਿਮਾਗ ਵਿੱਚ, ਅਚਨਚੇਤੀ ਚੇਤੇ ਆਇਆ। ਛੱਤੀਸਗੜ੍ਹ ਦੇ ਵਿੱਚ ਭਲੇਈ ਸ਼ਹਿਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਪੁਰਬ ਮਨਾਉਣ ਗਿਆ। ਜੇ ਮੈਨੂੰ ਭੁੱਲਦਾ ਨਾ ਹੋਵਾਂ, ਮੈਨੂੰ ਕੋਈ ਵਿਸ਼ੇਸ਼ ਮੈਂ ਚੇਤਾ ਨਹੀਂ ਕੀਤਾ, ਪਰ ਮੈਂ ਲੰਘ ਰਿਹਾ ਸੀ, ਮਹਾਰਾਜ ਜਾਣਦੇ ਨੇ ਸੱਚੀ ਹੋਵੇ। ਮੈਂ ਇੱਥੇ ਬੋਰਡ ਤੇ ਪੜ੍ਹਿਆ, ਗੁਰੂ ਘਰ ਦੇ ਵਿੱਚ ਲਿਖਿਆ ਹੋਇਆ ਸੀ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਤੇ ਗੁਰਦੁਆਰਾ ਉੱਥੇ ਭਲਈ ਦੇ ਵਿੱਚ। ਉੱਥੇ ਲਿਖਿਆ ਸੀ ਵੀ ਜਿਹੜਾ 12 ਵਜੇ ਤੋਂ ਬਾਅਦ ਲਾਵਾਂ ਕਰੇਗਾ ਕੁਛ ਜੁਰਮਾਨਾ ਲਿਖਿਆ ਸੀ ਉਹਨਾਂ ਨੂੰ। ਮਹਾਰਾਜ ਜਾਣੇ, ਮੈਨੂੰ ਚੇਤਾ ਨਹੀਂ ਆ ਰਿਹਾ। ਅਚਨਚੇਤੀ ਮੈਂ ਕਥਾ ਕਰਨ ਵਾਸਤੇ ਗਿਆ ਤੇ ਜਲਦੀ 'ਚ ਮੇਰੀ ਨਜ਼ਰ ਵੱਜੀ ਵੀ ਜਿਹੜਾ ਗੁਰੂ ਘਰ ਦੇ ਵਿੱਚ 12 ਵਜੇ ਤੋਂ ਬਾਅਦ ਲਾਵਾਂ ਕਰਵਾਵੇਗਾ, ਲੇਟ ਆਵੇਗਾ, ਉਹਨੂੰ ਜੁਰਮਾਨਾ, ਪਤਾ ਨਹੀਂ ਕਿੰਨਾ ਜੁਰਮਾਨਾ, ਪਰ ਲਿਖਿਆ ਸੀ ਉੱਥੇ ਕਾਗਜ਼ ਦੇ ਨਾਲ ਲਿਖ ਕੇ ਪ੍ਰਬੰਧਕਾਂ ਨੇ ਲਾਇਆ। ਚੰਗੀ ਗੱਲ ਆ, 12 ਵਜੇ ਤੋਂ ਪਹਿਲਾਂ ਹੀ ਲਾਵਾਂ ਹੋਣੀਆਂ ਚਾਹੀਦੀਆਂ ਨੇ। ਅੰਮ੍ਰਿਤ ਵੇਲੇ ਹੀ ਬਹੁਤ ਸਾਰੇ ਗੁਰਸਿੱਖਾਂ ਨੇ ਨਿਯਮ ਬਣਾਏ ਹੁੰਦੇ ਨੇ ਕਿ ਅੰਮ੍ਰਿਤ ਵੇਲੇ ਲਾੜੀ ਤੇ ਲਾੜਾ ਆਪ ਹੀ ਉੱਠਦੇ ਨੇ, ਕੋਈ ਨਹੀਂ ਨਵਾਉਂਦਾ ਧਵਾਉਂਦਾ ਉਹਨਾਂ ਨੂੰ, ਆਪੇ ਉੱਠ ਪੈਂਦੇ। ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਤਿਆਰ ਹੋ ਜਾਣਾ, ਨਿਤਨੇਮ ਕਰਨਾ, ਮਹਾਰਾਜ ਦੇ ਜਾ ਕੇ ਦਰਸ਼ਨ ਦੀਦਾਰ ਕਰਨੇ, ਤੇ ਸੁਤੇ ਸਿੱਧ ਵਿਆਹ ਆਨੰਦ ਕਾਰਜ ਦੀ ਰਸਮ ਹੋ ਜਾਣੀ। ਇਹ ਗੁਰੂ ਦਾ ਇਤਿਹਾਸ ਹੈ ਨਾ। ਇਸ ਪ੍ਰਕਾਰ ਅੰਮ੍ਰਿਤ ਵੇਲਾ ਹੋਇਆ ਤੇ ਅੰਮ੍ਰਿਤ ਵੇਲੇ ਲਾਵਾਂ ਦੇ ਵਾਸਤੇ ਉਤਸ਼ਾਹ ਜਾਗਿਆ। ਨਰਪਟ ਕਰ ਗੁਰੂ ਬੁਲਾਏ, ਉਸ ਵੇਲੇ ਮਾਈ ਭਾਈ ਸਭ ਨੂੰ ਭੇਜਿਆ, ਸਭ ਆਏ। ਸਤਿਗੁਰੂ ਜੀ ਮਹਾਰਾਜ ਵੀ ਲਖ ਸਮਾ ਸੁਰਤ ਚਲੇ ਆਏ, ਇਸ ਪ੍ਰਕਾਰ ਲਾਵਾਂ ਦਾ ਸਮਾਂ ਜਾਣ ਕੇ ਛੇਤੀ ਚੱਲ ਕੇ ਆਏ। ਤੇਗ ਬਹਾਦਰ ਬੈਸੇ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੈਠੇ, ਕਿੱਥੇ ਬੈਠੇ ਹਨ? ਜਹ ਬੇਦੀ ਸੁੰਦਰ ਹੈ ਸੇ, ਜਿੱਥੇ ਗਿਆਨ ਰੂਪ ਸਤਿਗੁਰੂ ਜੀ ਮਹਾਰਾਜ ਜੀ ਦੀ ਬਾਣੀ ਦੀ ਪੋਥੀ ਸ਼ੋਭਾਇਮਾਨ ਸੀ, ਜਿਹਦੀਆਂ ਪ੍ਰਦਖਣਾ ਹੋਣੀਆਂ ਸਨ। ਤੇ ਜਥਾ ਜੋਗ ਧਨ ਦੀਨੇ, ਕਹਿੰਦੇ ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਉੱਥੇ ਬੈਠੇ ਹੋਏ ਨੇ। ਸਤਿਕਾਰਯੋਗ ਮਾਤਾ ਜੀ ਸਾਹਿਬ, ਮਾਤਾ ਗੁਜਰੀ ਜੀ ਸਾਹਿਬ ਸਤਿਗੁਰੂ ਜੀ ਮਹਾਰਾਜ ਜੀ ਦੇ ਖੱਬੇ ਪਾਸੇ ਆਣ ਕੇ ਸ਼ੋਭਾਇਮਾਨ ਹੋ ਗਏ ਹਨ। ਤੋ ਇਸ ਪ੍ਰਕਾਰ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜਿਹੜੇ ਗੁਰੂ ਕੇ ਵਜ਼ੀਰ ਸਨ ਉਹਨਾਂ ਨੂੰ ਸਨਮਾਨ ਦਿੱਤਾ, ਧਨ ਦਿੱਤਾ, ਮਾਇਆ ਭੇਟਾ ਦੇ ਕੇ ਨਿਵਾਜਿਆ ਹੈ। ਸ੍ਰੀ ਗੁਜਰੀ ਕੋ ਲੈ ਆਏ, ਔਰ ਇਸ ਪ੍ਰਕਾਰ ਪਹਿਲਾਂ ਸਤਿਗੁਰੂ ਜੀ ਮਹਾਰਾਜ ਬੈਠੇ ਨੇ, ਅੱਗੇ ਪੋਥੀ ਦੀ ਤਾਬਿਆ, ਤੇ ਫਿਰ ਸਤਿਕਾਰਯੋਗ ਮਾਤਾ ਗੁਜਰੀ ਜੀ ਸਾਹਿਬ ਜੀ ਨੂੰ ਉਹਨਾਂ ਦੀਆਂ ਸਖੀਆਂ ਸਹੇਲੀਆਂ ਪਰਿਵਾਰ ਲੈ ਕੇ ਆਇਆ। ਜਿਸ ਬਾਮ ਬਿਖੈ ਬੈਠਾਏ, ਔਰ ਖੱਬੇ ਪਾਸੇ ਮਾਤਾ ਗੁਜਰੀ ਜੀ ਸਾਹਿਬ ਸਾਡੇ ਦਾਦੀ ਮਾਂ ਤੇ ਦਾਦਾ ਗੁਰਦੇਵ ਪੰਥ ਦੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਜੇ ਪਾਸੇ ਸ਼ੋਭਾਇਮਾਨ ਹਨ। ਬੜੀ ਸੁੰਦਰ ਜੋੜੀ ਹੈ ਮੇਰੇ ਚੋਜੀ ਪ੍ਰੀਤਮ ਸਤਿਗੁਰਾਂ ਦੀ। ਤਿਜ ਬਚਤੇ ਫਿਰ ਕਰ ਫੇਰੇ, ਇਸ ਪ੍ਰਕਾਰ ਗੁਰੂ ਕੇ ਗੁਰਸਿੱਖ ਬ੍ਰਹਮ ਗਿਆਨੀ ਤਤਵਿਤਾ ਗੁਰਮੁਖ ਲੋਕ, ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ 4 ਲਾਵਾਂ ਪੜ੍ਹੀਆਂ ਹਨ। ਸਭ ਲਾਗ ਦਿਓ ਤਿਸ ਬੇਰੇ, ਤੇ ਮਹਾਰਾਜ ਜੀ ਨੇ ਉਸ ਵੇਲੇ ਮਹਾਰਾਜ ਜੀ ਦੀ ਬਾਣੀ ਦਾ ਜੋ ਰੁਮਾਲਾ ਸਾਹਿਬ ਸੀ ਪੋਥੀ, ਉਹਦੇ ਵਿੱਚ ਮਾਇਆ ਵੀ ਰੱਖੀ ਹੈ। ਜੋ ਅਰਦਾਸ ਭੇਟਾ ਹੈ, ਇਹ ਗੁਰੂ ਘਰ ਦੀ ਰੀਤੀ ਚੱਲੀ ਆਉਂਦੀ ਹੈ। ਅਰਦਾਸ ਭੇਟਾ ਦੇਣ ਦੀ ਇਹ ਆਦਿ ਕਾਲ ਦੀ ਰੀਤੀ। ਇੱਥੇ ਮਹਾਰਾਜ ਦੇ ਹੁਕਮਨਾਮੇ ਹਨਗੇ, ਉਹਨਾਂ ਵਿੱਚ ਵੀ ਅਰਦਾਸ ਭੇਟਾ ਦਾ ਬਕਾਇਦਾ ਜ਼ਿਕਰ ਆਉਂਦਾ ਹੈ। ਤੋ ਗੁਰਸਿੱਖਾਂ ਨੂੰ ਮਾਣ ਨੇ ਅਰਦਾਸ ਭੇਟਾ ਦੇ ਰੂਪ ਦੇ ਵਿੱਚ ਦਮੜੇ ਹਾਜ਼ਰ ਕੀਤੇ ਹਨ। ਕਰ ਰੀਤ ਜਥੋ ਚਿਤ ਸਾਰੀ, ਕਹਿੰਦੇ ਇਸ ਪ੍ਰਕਾਰ ਸਾਰੀ ਜੋ ਰੀਤੀ ਮਰਜ਼ਾਦਾ ਹੈ
ਜੋ ਗੁਰੂ ਘਰ ਦੀ ਚੱਲੀ ਆਉਂਦੀ ਸੀ ਉਹ ਪੂਰੀ ਕੀਤੀ ਹੈ। ਚਲੇ ਆਏ ਡੇਰ ਤੇ ਮਝਾਰੀ, ਫਿਰ ਸਾਰੀ ਰੀਤੀ ਕਰਕੇ ਜਿੱਥੇ ਮਹਾਰਾਜ ਦਾ ਡੇਰਾ ਸੀ, ਖੈਮਾ ਲਾਇਆ, ਉੱਥੇ ਜਾ ਪਹੁੰਚੇ ਹਨ। ਤਬ ਸੰਪਤ ਸੋਰੈ ਸਈਆ, 1600 ਸੰਮਤ ਹੈ ਭਾਈ, ਬਿਤ ਅਪਰ 49 ਭਈਆ। 1699 ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਮਤ ਬਿਕਰਮੀ ਦੇ ਵਿੱਚ ਵਿਆਹ ਆਨੰਦ ਕਾਰਜ ਰਚਿਆ। ਪੁਨ ਸੁਪਤ ਪਏ ਸੁਖ ਪਾਏ, ਇਸ ਤਰ੍ਹਾਂ ਵਿਆਹ ਆਨੰਦ ਕਾਰਜ ਹੋਇਆ। ਸਤਿਗੁਰੂ ਜੀ ਮਹਾਰਾਜ ਕੁਝ ਸਮਾਂ ਆਰਾਮ ਫਰਮਾਇਆ, ਉਹ ਦਿਨ ਵੀ ਬਤੀਤ ਹੋ ਗਿਆ। ਪ੍ਰਾਤੀ ਸਕਲ ਨਹਾਏ, ਰਾਤ ਲੰਘੀ ਹੈ, ਅੰਮ੍ਰਿਤ ਵੇਲਾ ਹੋਇਆ ਤੇ ਸਾਰਿਆਂ ਨੇ ਫਿਰ ਇਸ਼ਨਾਨ ਪਾਣੀ ਕੀਤਾ। ਦੇਖ ਲਓ ਲੋਕਾਂ ਨੂੰ ਅੱਜ ਕੱਲ੍ਹ ਤੇ ਉਹ ਬਰਾਵਾਂ ਵਿਆਹਾਂ ਦੇ ਵਿੱਚ ਸ਼ਰਾਬਾਂ ਕਬਾਬਾਂ ਪੀਤੀਆਂ, ਮੱਤ ਮਰੀ, ਬੁੱਧ ਪ੍ਰਸਟ ਹੋਈ। ਕੌਣ ਅੰਮ੍ਰਿਤ ਵੇਲੇ ਜਾਗਦਾ? ਪਰ ਸਤਿਗੁਰਾਂ ਦੀ ਕਥਾ ਕਿੱਡੀ ਪਿਆਰੀ ਹੈ। ਉੱਥੇ ਪ੍ਰਾਤੀ ਸਭੇ ਨਹਾਏ, ਪ੍ਰਾਤ ਹੋਈ ਹੈ, ਵਿਆਹ ਤੋਂ ਅਗਲੇ ਦਿਨ ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ। ਗੁਰ ਸ਼ਬਦ ਪਾਠ ਬੜ ਹੋਤਾ, ਦੇਖੋ ਜੀ ਕੈਸੀ ਸੁੰਦਰ ਮਹਾਰਾਜ ਦੀ ਕਥਾ। ਵਿਆਹ ਤੋਂ ਅਗਲੇ ਦਿਨ ਮਹਾਰਾਜ ਦੀ ਬਾਣੀ ਦਾ ਪਾਠ ਹੋ ਰਿਹਾ, ਨਿਤਨੇਮ ਹੋ ਰਿਹਾ ਹੈ। ਸੁਨ ਰਾਗੇ ਅਨੇਕੂ ਦੋਤਾ, ਨਿਤਨੇਮ ਤੋਂ ਬਾਅਦ ਫਿਰ ਮਹਾਰਾਜ ਦੀ ਬਾਣੀ ਦਾ ਕੀਰਤਨ ਰਾਗਾਂ ਦੇ ਵਿੱਚ, ਰੀਤਾਂ ਦੇ ਵਿੱਚ ਨਹੀਂ, ਰਾਗਾਂ ਦੇ ਵਿੱਚ ਪਾ ਪਾ ਕੇ ਗੁਰਸਿੱਖ ਗਾਉਂਦੇ ਹਨ। ਬਉ ਗਾਏ ਰਬਾਬੀ ਨੀਕੇ, ਜਿਹੜੇ ਰਬਾਬੀ ਹਨ ਰਬਾਬ ਲੈ ਕੇ ਬਹੁਤ ਸੁੰਦਰ ਮਹਾਰਾਜ ਦੀ ਬਾਣੀ ਦਾ ਕੀਰਤਨ ਕਰਦੇ ਹਨ। ਜਿਸ ਤੇ ਸੁਖ ਹੋਵਤ ਜੀ ਕੇ, ਇਸ ਗੁਰਬਾਣੀ ਨੂੰ ਪੜ੍ਹ ਕੇ ਵੱਡਾ ਭਾਰੀ ਸੁੱਖ ਮਿਲਦਾ। ਖਾਲਸਾ ਜੀ ਕੀ ਮਿਲਦਾ ਸਾਨੂੰ ਭਲਾ? ਸ਼ਰਾਬਾਂ ਸ਼ਰੂਬਾਂ ਦੀਆਂ ਪੀ ਪਿਲਾ ਕੇ ਭਲਾ। ਰਹੀ ਗੱਲ ਲੋਕਾਂ ਦੀ, ਆਪਾਂ ਸੋਚਦੇ ਹਾਂ ਖੁਰੇ ਲੋਕਾਂ ਨੂੰ ਖੁਸ਼ ਕਰਨ ਲਈ। ਲੋਕ ਨਹੀਂ ਖੁਸ਼ ਹੁੰਦੇ। ਜਿਹਨੇ ਸ਼ਰਾਬ ਤੇ ਖੁਸ਼ ਹੋਣਾ ਉਹਨੂੰ ਖੁਸ਼ ਕਰਨ ਦੀ ਕੀ ਲੋੜ ਹੈਗੀ ਸਾਨੂੰ ਭਲਾ? ਲੋੜ ਹੀ ਨਹੀਂ ਹੈਗੀ ਜੀ, ਲੋੜ ਹੀ ਨਹੀਂ ਹੈਗੀ। 10ਵੇਂ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਦਾ ਖੁਸ਼ਾ ਲਓ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਖੁਸ਼ਾ ਲਓ, ਜਿਨ੍ਹਾਂ ਦੀ ਖੁਸ਼ੀਆਂ ਵਿੱਚ ਸਾਨੂੰ ਸਾਰੀਆਂ ਖੁਸ਼ੀਆਂ ਮਿਲਦੀਆਂ ਨੇ। ਜੇ ਕਿਸੇ ਨੇ ਜ਼ਹਿਰ ਪੀਣੀ ਉਹਨੂੰ ਕਹੋ ਨਾ ਭਾਈ ਤੂੰ ਨਾ ਆ, ਨਾ ਹੀ ਚੰਗਾ ਇਹੋ ਜਿਹਾ ਬੰਦਾ ਨਾ ਆਵੇ, ਤੇ ਐਵੇਂ ਉਹ ਨਜ਼ਰ ਵੱਟੂ ਹੀ ਆ, ਨਜ਼ਰੀ ਲੱਗਣ ਵਾਲੀ ਗੱਲ ਆ। ਨਾ ਆਉਣ ਤੇ ਸਗੋਂ ਚੰਗੇ ਹਨ। ਸ਼ਰਾਬ ਪੀ ਕੇ ਤਾਬਿਆ ਵੀ ਆ ਜਾਣਗੇ, ਮਹਾਰਾਜ ਦੀ ਹਜ਼ੂਰੀ ਵਿੱਚ ਵੀ ਆ ਜਾਣਗੇ। ਬੁਲਾਏ ਤੇ ਅਸੀਂ ਨੇ, ਪਾਪ ਤੇ ਸਾਨੂੰ ਲੱਗਣਾ ਨਾ। ਫਿਰ ਉਹਨੂੰ ਕਹਿ ਦਿਓ ਠੀਕ ਹੈ ਤੂੰ ਘਰੇ ਹੀ ਚੰਗਾ, ਤੈਨੂੰ ਉੱਥੇ ਲੱਡੂ ਪੇੜੇ ਭੇਜ ਦਿਆਂਗੇ, ਉੱਥੇ ਖਾ ਕੇ ਆਪਣਾ ਗੁਜ਼ਾਰਾ ਕਰ ਲਈ। ਲੋੜ ਹੀ ਨਹੀਂ ਹੈਗੀ ਐਸੇ ਬੰਦਿਆਂ ਨੂੰ ਬੁਲਾਉਣ ਦੀ। ਔਰ ਖੁਸ਼ੀਆਂ ਦੇ ਮੌਕੇ ਜਿਹੜੀਆਂ ਆਪਾਂ ਕਈ ਵਾਰੀ ਕਹਿੰਦੇ ਭੈਣ ਭਰਾ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ। ਮੈਂ ਇੱਕ ਵਾਰੀ ਬੈਠਾ ਮਨ 'ਚ ਸੋਚਾਂ, ਠੀਕ ਭੈਣ ਤੇ ਭਰਾ ਦਾ ਰਿਸ਼ਤਾ ਪਵਿੱਤਰ ਹੋਵੇਗਾ, ਮਾਂ ਪੁੱਤ ਦਾ ਰਿਸ਼ਤਾ ਪਵਿੱਤਰ ਹੋਵੇਗਾ। ਮਨ ਵਿੱਚ ਖਿਆਲ ਆਵੇ ਮੈਨੂੰ ਲੱਗਦਾ ਸਭ ਤੋਂ ਪਵਿੱਤਰ ਰਿਸ਼ਤਾ ਤੇ ਮਰਦ ਔਰਤ ਦਾ ਹੁੰਦਾ ਹੈ, ਪਤੀ ਸਤੀ ਦਾ, ਸਿੰਘ ਸਿੰਘਣੀ ਦਾ ਹੁੰਦਾ ਮੈਨੂੰ ਲੱਗਦਾ। ਕਿਉਂਕਿ ਭੈਣ ਤੇ ਭਰਾ ਦਾ ਰਿਸ਼ਤਾ ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਥੋੜ੍ਹਾ ਨਾ ਬਣਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਿੰਘ ਸਿੰਘਣੀ ਦਾ ਰਿਸ਼ਤਾ ਬਣਦਾ ਹੈ, ਪਤੀ ਸਤੀ ਦਾ ਬਣਦਾ ਹੈ, ਔਰਤ ਮਰਦ ਦਾ ਬਣਦਾ ਹੈ। ਤਾਂ ਫਿਰ ਪਵਿੱਤਰ ਰਿਸ਼ਤਾ ਕਿਹੜਾ ਹੋਇਆ? ਤੁਸੀਂ ਆਪੇ ਸੋਚ ਲਓ, ਮੈਂ ਹੁਣ ਕੀ ਕਵਾਂ ਬਹੁਤਾ। ਇਹ ਸਭ ਤੋਂ ਪਵਿੱਤਰ ਰਿਸ਼ਤਾ ਹੈ। ਤੇ ਜਿਸ ਪਵਿੱਤਰ ਰਿਸ਼ਤੇ ਦੀ ਜੇ ਹੋਣ ਦੀ ਅਸੀਂ ਅਪਵਿੱਤਰਤਾ ਤੇ ਧਰਨੀ ਆ, ਉਹਦੇ ਵਿੱਚ ਫਿਰ ਪਵਿੱਤਰਤਾ ਹੀ ਕਿੱਥੋਂ ਰਹਿ ਜਾਏਗੀ? ਅਨੁਮਾਨ ਲਗਾਇਆ ਜਾ ਸਕਦਾ ਹੈ। ਗੁਰੂ ਕੀ ਮਰਜ਼ਾਦਾ ਨੂੰ ਆਪਾਂ ਆਪਣੇ ਜੀਵਨ ਵਿੱਚ ਲਾਗੂ ਕਰੀਏ ਭਾਈ। ਤੇ ਤੁਸੀਂ ਸੋਚੋਗੇ ਖੁਰੇ ਗੱਲਾਂ ਹੀ ਹਨ। ਨਹੀਂ, ਆਪਣੇ ਆਸ-ਪਾਸ ਨਜ਼ਰ ਮਾਰ ਕੇ ਦੇਖ ਲੈ, ਤੁਹਾਡੇ ਆਸ-ਪਾਸ ਸ੍ਰੀ ਦਮਦਮੇ ਟਕਸਾਲ ਦੇ ਸਿੰਘ, ਅਖੰਡ ਕੀਰਤਨੀ ਜਥੇ ਦੇ ਸਿੰਘ, ਜਾਂ ਹੋਰ ਜਿਹੜੇ ਮਰਜ਼ਾਦਾ ਵਾਲੀਆਂ ਇਹਨਾਂ ਜਥੇਬੰਦੀਆਂ ਦੇ ਸਿੰਘ ਨੇ, ਉਹ ਇਸ ਤਰ੍ਹਾਂ ਹੀ ਕਰਦੇ ਨੇ। ਅੰਮ੍ਰਿਤ ਵੇਲੇ ਆਨੰਦ ਕਾਰਜ, ਵਿਆਹ ਆਨੰਦ ਕਾਰਜ, ਕਿੰਨਾ ਸਮਾਂ ਤੇ ਗੁਰਬਾਣੀ ਦਾ ਕੀਰਤਨ ਹੀ ਹੁੰਦਾ ਰਹਿੰਦਾ ਹੈ, ਲੰਮਾ ਅਰਸਾ। ਇਸ ਪ੍ਰਕਾਰ ਚਲੋ ਮੈਂ ਨਾਮ ਲੱਗਾ ਲੈਣ, ਪਤਾ ਨਹੀਂ ਮੈਨੂੰ ਲੈਣਾ ਚਾਹੀਦਾ ਕਿ ਨਹੀਂ, ਮਹਾਰਾਜ 10ਵੇਂ ਪਾਤਸ਼ਾਹ ਜਾਣਦੇ, ਪਰ ਮੇਰੇ ਮਨ 'ਚ ਆ ਗਿਆ ਤੇ ਮੈਂ ਲੈ ਦੋ ਲਾਗਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੀ, ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ, ਪਿਛਲੇ ਦਿਨੀ ਪੰਜਾਬ ਦੇ ਜਿਹੜੇ CM ਨੇ, ਨਾਮ ਭੁੱਲ ਗਿਆ ਉਹਨਾਂ ਦਾ, ਲੱਗਾ ਸੀ ਲੈਣ ਮੈਂ, ਉਹਨਾਂ ਦੇ ਮੁੰਡੇ ਦੇ ਵਿਆਹ 'ਤੇ ਗਏ ਸਨ। ਮੁੰਡਾ ਹੀ ਮੈਂ ਕਹਿ ਰਿਹਾ ਕਿਉਂਕਿ ਉਹ ਸੰਪੂਰਨ ਰੂਪ ਦੇ ਵਿੱਚ ਅਤੇ ਅਜੇ ਗੁਰਸਿੱਖ ਨਹੀਂ ਹਨ, ਪਰ ਉੱਥੇ ਗੁਰਬਾਣੀ ਦਾ ਕੀਰਤਨ ਹੋਇਆ। ਗੁਰਬਾਣੀ ਦਾ ਕੀਰਤਨ ਹੋਇਆ ਜੋ ਕਿ ਇੱਕ ਚੰਗੀ ਗੱਲ ਆ। ਸਾਰਿਆਂ ਨੇ ਪੰਗਤ ਵਿੱਚ ਬੈਠ ਕੇ ਭੋਜਨ ਛਕਿਆ, ਜੋ ਕਿ ਬਹੁਤ ਜ਼ਿਆਦਾ ਚੰਗੀ ਗੱਲ ਹੈ। ਤੇ ਸਾਡੀ ਕੌਮ ਦੇ ਜਥੇਦਾਰ ਸਾਹਿਬ ਉੱਥੇ ਗਏ, ਔਰ ਉਹਨਾਂ ਦੇ ਜਾਣ ਦੇ ਨਾਲ ਸਾਦਗੀ ਨੂੰ ਤੇ ਮਰਜ਼ਾਦਾ ਨੂੰ ਬੜਾਵਾ ਮਿਲਿਆ ਹੈ, ਚੰਗੀ ਗੱਲ ਹੈ। ਐਸੇ ਜੇ ਸਾਦਗੀ ਵਾਲੇ ਵੱਡੇ ਜਿਹੜੇ ਲੋਕ ਹਨਗੇ ਸੰਸਾਰੀ ਦ੍ਰਿਸ਼ਟੀ ਸੇ, ਜੇ ਉਹ ਇਸ ਤਰ੍ਹਾਂ ਗੁਰੂ ਕੀ ਮਰਜ਼ਾਦਾ ਨੂੰ, ਜਿੰਨੀ ਕੁ ਉਹਨਾਂ ਨੂੰ ਸੋਝੀ ਹੈ, ਜਿੰਨੀ ਕੁ ਮਾਲਕ ਨੇ ਮਤਬੁੱਧ ਦਿੱਤੀ ਉਹਨਾਂ ਨੂੰ, ਜਾਂ ਜਿੰਨੀ ਕੁ ਉਹਨਾਂ ਦੇ ਪੱਲੜੂ ਵਿੱਚ ਸਿੱਖੀ ਹੈ, ਪੂਰਨ ਸਿੱਖ ਹੋਣਾ, ਸੰਪੂਰਨ ਸਿੱਖ ਹੋਣਾ, ਤੇ ਫਿਰ ਉਹ ਤਾਂ ਗੱਲ ਸਿਰੇ ਦੀ ਹੈ। ਤੇ
ਐਸੇ ਜਿਹੜੇ ਸਮਾਗਮ ਨੇ ਉਹਨਾਂ ਵਿੱਚ ਸਾਰਿਆਂ ਨੂੰ ਸਾਨੂੰ ਵੱਧ ਚੜ੍ਹ ਕੇ ਉਹਨੂੰ ਪ੍ਰਮੋਟ ਵੀ ਕਰਨਾ ਚਾਹੀਦਾ ਹੈ। ਤੋ ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਇਹ ਸਾਡੇ ਸ਼ੱਕ ਨੇ ਵੀ ਸ਼ਾਇਦ ਇੱਦਾਂ ਨਹੀਂ ਹੋ ਸਕਦਾ ਹੈ ਵੀ ਪੰਗਤ ਵਿੱਚ ਬਹਿ ਕੇ ਕਿੱਥੋਂ ਰੋਟੀ, ਇੱਦਾਂ ਨਹੀਂ ਹੋ ਸਕਦਾ ਹੈ। ਜੇ ਪੰਥ ਦਾ ਜਥੇਦਾਰ ਪੰਗਤ ਵਿੱਚ ਬਹਿ ਕੇ ਰੋਟੀ ਛਕੇ, ਪੰਜਾਬ ਦਾ ਸੀਐਮ ਬਹਿ ਕੇ ਪੰਗਤ ਵਿੱਚ ਰੋਟੀ ਛਕੇ, ਉਹਦਾ ਮੁੰਡਾ ਵਿਆਹ ਵਾਲਾ ਬਹਿ ਕੇ ਪੰਗਤ ਵਿੱਚ ਰੋਟੀ ਛਕੇ, ਤੇ ਫਿਰ ਅਸੀਂ ਨਹੀਂ ਗੁਰੂ ਕੀ ਮਰਜ਼ਾਦਾ ਲਾਗੂ ਕਰ ਸਕਦੇ? ਅਸੀਂ ਫਿਰ ਕੋਈ ਜ਼ਿਆਦਾ ਵੱਡੇ ਥੋੜ੍ਹਾ ਨਾ ਹੋ ਗਏ, ਪੰਥਕ ਤੌਰ 'ਤੇ ਵੀ ਔਰ ਰਾਜਨੀਤਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ। ਤਾਂ ਇਸ ਪ੍ਰਕਾਰ ਇਹ ਸਾਡੇ ਲਈ ਪ੍ਰੇਰਨਾ ਦੀਆਂ ਚੀਜ਼ਾਂ ਹਨ। ਅਤੇ ਜੇ ਕੋਈ ਹੋਰ ਵੀ ਕੋਈ ਐਸਾ ਰੱਬ ਦਾ ਪਿਆਰਾ ਹੈ ਐਸੀ ਸਾਦਗੀ ਨੂੰ ਨਿਭਾਵੇਗਾ, ਸਾਨੂੰ ਪਤਾ ਲੱਗੇਗਾ, ਅਤੇ ਅਸੀਂ ਉਹਨਾਂ ਨੂੰ ਵੀ ਜ਼ਰੂਰ ਪ੍ਰਮੋਟ ਕਰਾਂਗੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ, ਤਾਂ ਕਿ ਇਹ ਰਿਵਾਜ ਹੀ ਚੱਲ ਪਏ। ਚੱਲੇ ਤੇ ਰਿਵਾਜ ਹੀ ਨੇ ਨਾ ਅਸਲ ਵਿੱਚ। ਕਿਸੇ ਇੱਕ ਨੇ ਭੈੜਾ ਕੰਮ ਕੀਤਾ ਹੋਵੇਗਾ ਅਤੇ ਉਹਨੂੰ ਵੇਖ ਕੇ ਦੂਜਿਆਂ ਨੇ ਵੀ ਕਰਤਾ, ਤੀਜਿਆਂ ਨੇ ਵੀ ਕਰਤਾ। ਚੱਲੇ ਤਾਂ ਰਿਵਾਜ ਹੀ ਹਨ, ਤਾਂ ਹੀ ਤਾਂ ਮਰਜ਼ਾਦਾ ਟੁੱਟੀ ਹੈ। ਅਤੇ ਉਹ ਅਸੀਂ ਮਰਜ਼ਾਦਾ ਵਾਲੇ ਰਿਵਾਜ ਵੀ ਤਾਂ ਆਪਣੇ ਜੀਵਨ ਵਿੱਚ ਲਾਗੂ ਕਰ ਸਕਦੇ ਹਾਂ। ਫਿਰ ਕਿਹੜੀ ਗੱਲ ਹੈ ਭਲਾ? ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਚਲੋ ਅਸੀਂ ਕਿਸੇ ਰਾਜਨੈਤਿਕ ਵਿਅਕਤੀ ਤੋਂ ਕੀ ਲੈਣਾ ਹੈ? ਅਸੀਂ ਤਾਂ ਲੈਣਾ ਗੁਰੂ ਗਰੀਬ ਨਵਾਜ ਮਹਾਰਾਜ ਜੀ ਦਾ ਖੁਸ਼ਾ ਹੈ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਖੁਸ਼ਾ ਲੈਣਾ ਨਾ ਆਪਾਂ। ਇਸ ਕਰਕੇ ਸਾਨੂੰ ਗਰੀਬ ਨਵਾਜ ਮਹਾਰਾਜ ਜੀ ਦੀ ਮਰਜ਼ਾਦਾ ਨੂੰ ਤਨੋ ਮਨੋ ਸਮਰਪਣ ਹੋ ਕੇ ਲਾਗੂ ਕਰਨਾ ਚਾਹੀਦਾ ਹੈ। ਬਹੁਤ ਸਾਰੇ ਜਥੇ ਦੇ ਸਿੰਘ, ਸੰਪਰਦਾਵਾਂ, ਜਥੇਬੰਦੀਆਂ ਦੇ ਨਾਲ ਸੰਬੰਧ ਰੱਖਦੇ ਸਿੰਘ ਅੱਜ ਵੀ ਇਸ ਤਰ੍ਹਾਂ ਹੀ ਕਰਦੇ ਨੇ। ਬੜੀ ਸੁਚਮਤਾ ਦੇ ਸਹਿਤ ਲੰਗਰ ਪ੍ਰਸ਼ਾਦ ਬਾਣੀ ਬਣਾਉਣਾ, ਕਿੰਨਾ ਕਿੰਨਾ ਸਮਾਂ ਬਾਣੀ ਦਾ ਕੀਰਤਨ ਕਥਾ ਹੁੰਦੀ ਰਹਿੰਦੀ ਹੈ, ਅਤੇ ਪੰਗਤਾਂ ਵਿਦੇਸ਼ਾਂ ਦੇ ਵਿੱਚ ਵੀ ਦਾਸ ਨੇ ਐਸੇ ਬਹੁਤ ਸਾਰੇ ਵਿਆਹਾਂ ਦੇ ਵਿੱਚ ਸ਼ਮੂਲੀਅਤ ਕੀਤੀ, ਵਿਦੇਸ਼ਾਂ ਦੇ ਵਿੱਚ ਵੀ, ਜਿਨ੍ਹਾਂ ਦੇ ਕੋਲ ਕੋਈ ਦਮੜੇ ਦੀ ਕੋਈ ਕਮੀ ਨਹੀਂ ਕਿਸੇ ਪ੍ਰਕਾਰ ਦੀ, ਉੱਥੇ ਵੀ ਲੋਕ ਪੰਗਤਾਂ ਵਿੱਚ ਬੈਠ ਕੇ ਭੋਜਨ ਛਕਦੇ ਨੇ। ਅਤੇ ਰੀਤੀ ਸਾਨੂੰ ਲਾਗੂ ਕਰ ਲੈਣੇ ਚਾਹੀਦੇ। ਪਤਾ ਨਹੀਂ ਕਿੰਨੇ ਕੁ ਬੰਦਿਆਂ ਦੇ ਗਲ ਵਿੱਚ ਫਾਹ ਪੈਣੋਂ ਟਲ ਜੇਗਾ। ਪੰਜਾਬ ਦੇ ਵਿੱਚ ਲੋਕ ਫਾਹ ਲੈਂਦੇ ਨੇ, ਫਾਂਸੀ ਲੈ ਕੇ ਮਰਦੇ ਨੇ, ਪੰਜਾਬ ਤੋਂ ਬਾਹਰ ਵੀ। ਉਹਦੇ ਵੱਡੇ ਕਾਰਨਾਂ ਵਿੱਚੋਂ ਇੱਕ ਕਾਰਨ ਵਿਆਹ ਵੀ ਤੇ ਆ ਗਏ ਨੇ ਨਾ। ਅਤੇ ਸਤਿਗੁਰੂ ਜੀ ਮਹਾਰਾਜ ਦੀ ਮਰਜ਼ਾਦਾ ਨੂੰ ਅਪਣਾਈਏ, ਕੀ ਫਰਕ ਹੈ ਭਲਾ? ਗੁਰੂ ਗਰੀਬ ਨਵਾਜ ਮਹਾਰਾਜ ਖੁਸ਼ਾ ਬਖਸ਼ਣਗੇ। ਗੁਰੂ ਕਾ ਇਤਿਹਾਸ ਸਾਡੇ ਲਈ ਪ੍ਰੇਰਨਾ ਸਰੋਤ ਆ। ਇਸ ਕਰਕੇ ਬੇਨਤੀ ਹੈ ਭਾਈ, ਸਾਦਗੀ ਵੱਲ ਵਧੀਏ ਆਪਾਂ, ਗੁਰੂ ਕੀ ਮਰਜ਼ਾਦਾ ਵੱਲ ਵਧੀਏ। ਬਥੇਰਾ ਉੱਜੜ ਲਿਆ, ਬਥੇਰਾ ਅਸੀਂ ਆਪਣਾ ਆਪਾ ਉਜਾੜ ਲਿਆ। ਜੇ ਕਿਸੇ ਕੋਲ ਦਮੜੇ ਹਨਗੇ, ਉਹਨੇ ਸੋਚਿਆ ਇਹਨੇ ਲੱਖ ਰੁਪਈਆ ਲਾਉਣਾ ਵਿਆਹ 'ਤੇ, ਉਜਾੜ ਕੇ ਉੱਥੇ ਖਲਾਰਾ ਪਾ ਕੇ ਅਤੇ ਫਿਰ ਪੋਲਿਊਸ਼ਨ ਵਧਾ ਕੇ ਜਾਣਾ ਨਾ ਅਸੀਂ। ਉਹਨੇ ਦਮੜਿਆਂ ਦੇ ਨਾਲ ਹੋਰ ਕੁਛ ਕਰ ਲਓ। ਪੁਰਖਾਂ ਦੇ ਨਾਮ 'ਤੇ ਕੋਈ ਖੂਹ ਲਵਾ ਦਿਓ, ਕੋਈ ਰੁੱਖ ਬ੍ਰਿਛ ਲਾ ਦਿਓ। ਜਿਹੜੀ ਨੂੰਹ ਧੀ ਆਉਣੀ ਆ ਉਹਦੇ ਨਾਮ 'ਤੇ, ਮੁੰਡੇ ਦੇ ਨਾਂ 'ਤੇ, ਕੁੜੀ ਦੇ ਨਾਂ 'ਤੇ ਕੋਈ ਪਰਉਪਕਾਰ ਕਰ ਦਿਓ। ਕੋਈ ਤੁਹਾਡੇ ਆਸ-ਪਾਸ ਕੋਈ ਬੱਸ ਸਟਾਪ ਹੈ, ਉੱਥੇ ਸ਼ੈੱਡ ਪਾ ਦਿਓ, ਕੋਈ ਸ਼ਾਮ ਆਣੂਗਾ, ਕੋਈ ਰੁੱਖ ਬ੍ਰਿਛ ਲਵਾ ਦਿਓ, 100, 150, 200 ਰੁੱਖ ਲਵਾ ਦਿਓ ਉੱਥੇ। ਗੁਰੂ ਘਰ ਦੇ ਵਿੱਚ ਸੇਵਾ ਕਰ ਦਿਓ, ਗਰੀਬ ਗੁਰਬੇ ਦਾ ਕਿਸੇ ਦਾ ਵਿਆਹ ਕਰ ਦਿਓ। ਕਿੰਨੇ ਲੋਕ ਹਨ ਜਿਨ੍ਹਾਂ ਨੂੰ ਵਿਆਹ ਵਿੱਚ ਮੌਖਿਕ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੁੰਦੀਆਂ। ਕਿੰਨੇ ਲੋਕ ਨੇ ਜੋ ਵਿਆਹਾਂ 'ਤੇ ਕਰੋੜਾਂ ਰੁਪਈਆ ਖਰਾਬ ਕਰਦੇ ਨੇ। ਅਤੇ ਇੱਦਾਂ ਵੀ ਹੋ ਸਕਦਾ ਕਿ ਲੱਖਾਂ ਰੁਪਈਆ ਖਰਾਬ ਕਰਨ ਦੀ ਬਜਾਏ ਅਸੀਂ ਆਪਣੀ ਧੀ ਜਾਂ ਆਪਣੇ ਪੁੱਤ ਦੇ ਨਾਲ ਹੋਰ 2-4 ਕੁੜੀਆਂ ਦੇ ਵਿਆਹ ਕਰ ਦਿਓ ਗਰੀਬ ਲੋੜਵੰਦਾਂ ਦੇ। ਕੀ ਲੈਣਾ ਹੈ ਜੇ ਅਸੀਂ ਸਾਦਗੀ? ਰਹੀ ਗੱਲ ਟੌਰ ਟੱਪੇ ਦੀ ਕਿ ਲੋਕਾਂ ਵਿੱਚ ਸਾਡਾ ਨੱਕ ਰਵੇ, ਦੁਹਾਈ ਰਾਮ ਕੀ, ਨੱਕ ਜ਼ਿਆਦਾ ਰਹਿ ਜਾਏਗਾ। ਰਹੀ ਗੱਲ ਲੋਕਾਂ ਵਿੱਚ ਸ਼ਾਨ ਦੀ, ਜ਼ਿਆਦੀ ਸ਼ਾਨ ਬਣੇਗੀ ਜੇ ਅਸੀਂ ਪੈਸੇ ਖਰਿਆਬ ਕਰਨ ਦੀ ਬਜਾਏ ਕਿਸੇ ਦਾ ਕਾਰਜ ਕਰਾਂਗੇ। ਨਹੀਂ ਯਕੀਨ ਤੇ ਭਾਵੇਂ ਕਰਕੇ ਦੇਖ ਲਿਓ, ਫਿਰ ਤੁਸੀਂ ਅਨੁਮਾਨ ਲਗਾ ਲਿਓ ਕਿ ਲੋਕ ਉੱਦਾਂ ਜ਼ਿਆਦਾ ਖੁਸ਼ ਹੋ ਜਾਂਦੇ ਆ ਕਿ ਇੱਦਾਂ ਖੁਸ਼ ਹੁੰਦੇ ਆ। ਉੱਦਾਂ ਜ਼ਿਆਦਾ ਨੱਕ ਰਹਿੰਦਾ ਹੈ ਕਿ ਇਹਦਾ ਜ਼ਿਆਦਾ ਨੱਕ ਰਹਿੰਦਾ ਹੈ। ਗੁਰੂ ਕਾ ਇਤਿਹਾਸ ਸਾਡੀ ਪ੍ਰੇਰਣਾ। ਅੱਗੇ ਵੀ ਕੁਛ ਬਹੁਤ ਕੀਮਤੀ ਬਚਨ ਆਉਣੇ ਨੇ, 5 ਘੰਟੇ ਬਚੇ ਨੇ, ਹੋਰ ਵੀ ਆਪਾਂ ਵਿਚਾਰ ਲਈਏ। ਇਸ ਪ੍ਰਕਾਰ ਵਿਆਹ ਤੋਂ ਬਾਅਦ ਕੀ ਹੋਇਆ? ਅੰਮ੍ਰਿਤ ਵੇਲੇ ਸਾਰੇ ਉੱਠੇ, ਅਤੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ, ਅਤੇ ਉੱਠ ਪ੍ਰਾਤੀ ਸਗਲ ਨਹਾਏ, ਸਾਰੇ ਨਹਾਤੇ ਧੋਤੇ, ਇਸ਼ਨਾਨ ਪਾਣੀ ਕੀਤਾ, ਅਤੇ ਗੁਰ ਸ਼ਬਦ ਪਾਠ ਵੱਡ ਹੋਤਾ, ਸੁਨ ਰਾਗ ਅਨੇਕ ਅਦੋਤਾ। ਰਾਗਾਂ ਵਿੱਚ ਕੀਰਤਨ ਹੋ ਰਿਹਾ ਜੀ ਵਿਆਹ ਤੋਂ ਬਾਅਦ ਵੀ, ਵਿਆਹ ਵਾਲੇ ਦਿਨ ਤਾਂ ਹੋ ਰਿਹਾ, ਬਾਅਦ ਵੀ। ਅਤੇ ਬਹੁ ਗਾਏ ਰਬਾਬੀ ਨੀਕੇ, ਰਬਾਬੀ ਗੁਰਸਿੱਖ ਜਿਹੜੇ ਹਨ ਮਹਾਰਾਜ ਦੀ ਬਾਣੀ ਦਾ ਸੁੰਦਰ ਕੀਰਤਨ ਗਾਉਂਦੇ ਹਨ। ਜਿਸ ਤੇ ਸੁਖ ਹੋਵਤ ਜੀ ਜਿਸ ਕਰਕੇ ਜੀ ਆਤਮਾ ਨੂੰ ਸੁਖ ਮਿਲਦਾ,
ਵਿਆਹ ਤੋਂ ਪਹਿਲਾਂ, ਵਿਆਹ ਵਾਲੇ ਦਿਨ ਤੇ ਬਾਅਦ ਵਿੱਚ ਵੀ ਮਰਜ਼ਾਦਾ ਨਹੀਂ ਭੁੱਲੇ। ਪੁਨ ਸਭਾ ਲਗੀ ਗੁਰ ਪਾਸੀ, ਇਸ ਤਰ੍ਹਾਂ ਮਹਾਰਾਜ ਦੇ ਪਾਸ ਸਭਾ ਲੱਗੀ ਹੈ, ਸਭ ਆਏ ਆਨੰਦ ਪ੍ਰਕਾਸੀ। ਸਭ ਮਾਈ ਭਾਈ ਆ ਰਹੇ, ਖੁਸ਼ ਹੋ ਰਹੇ ਹਨ। ਜਿਤ ਕਿਤ ਤੇ ਜਾਚ ਕੇ ਆਏ, ਜਿੱਥੋਂ ਕਿੱਥੋਂ ਲੋੜਵੰਦ ਮੰਗਤੇ ਲੋਕ ਆਏ ਹਨ। ਜਸ ਗਾਵਤ ਧਨ ਕੋ ਪਾਏ, ਜਸ ਗਾਉਂਦੇ ਹਨ, ਧਨ ਪਾਉਂਦੇ ਹਨ। ਸ੍ਰੀ ਸਤਿਗੁਰ ਹਰਿ ਗੋਬਿੰਦੰ, ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਛਬ ਪਾਵਤ ਪਏ ਬਿਲੰਦੰ, ਇਸ ਪ੍ਰਕਾਰ ਬਹੁਤ ਵੱਡੀ ਸ਼ੋਭਾ ਪਾਉਂਦੇ ਮਹਾਰਾਜ ਸਭਾ ਵਿੱਚ ਬੈਠੇ ਹੋਏ। ਸਤਚਾਰੋਂ ਬੇਦ ਸਮਾਨਾ, ਮਹਾਰਾਜ ਦੇ 4 ਸਾਹਿਬਜ਼ਾਦੇ ਹਨ, ਬੜੀ ਵੱਡੀ ਸ਼ੋਭਾ ਪਾ ਰਹੇ, ਕਿਉਂਕਿ ਬਾਬਾ ਗੁਰਦਿੱਤਾ ਜੀ ਸਾਹਿਬ ਜੀ ਦਾ ਚਾਲਾ ਹੈ। ਵਿੱਚ ਬ੍ਰਹਮਾ ਗਿਆਨ ਮਹਾ, ਬ੍ਰਹਮਾ ਗਿਆਨ ਮਹਾਨਾ। ਕਵੀ ਜੀ ਕਹਿੰਦੇ ਨੇ ਜਿਵੇਂ ਮੰਨ ਲਓ ਬ੍ਰਹਮਾ ਜੋ ਹੋਵੇ ਵੇਦਾਂ ਵਿੱਚ ਸ਼ੋਭਦਾ ਹੋਵੇ, ਇਸ ਤੋਂ ਵੀ ਵੱਧ ਕੇ ਮਹਾਰਾਜ ਜੀ ਦੀ ਸ਼ੋਭਾ ਉਪਮਾ ਨਹੀਂ ਦਿੱਤੀ ਜਾ ਸਕਦੀ। ਸੁਰ ਰਾਜ ਮਨੋ ਸੁਰ ਮਾਹੀ, ਕਵੀ ਜੀ ਕਹਿੰਦੇ ਜਾਂ ਮੰਨ ਲਓ ਕਿ ਦੇਵਤਿਆਂ ਵਿੱਚ ਇੰਦਰ ਬੈਠਾ ਹੋਵੇ, ਉਹ ਵੀ ਕੀ ਬਰਾਬਰਤਾਈ ਕਰ ਸਕੇ। ਸਿਰ ਚਮਰ ਵਿਸਾਲ ਟੁਰਾਹੀ, ਮਹਾਰਾਜ ਜੀ ਦੇ ਸੀਸ ਉੱਪਰ ਸੋਹਣਾ ਜਿਹੜਾ ਚਵਰ ਹੈ ਉਹ ਝੁੱਲ ਰਿਹਾ ਹੈ। ਕੋ ਵੱਡ ਕਹੋਂ ਸਮਾਜਾ, ਕਵੀ ਜੀ ਕਹਿੰਦੇ ਕਿਹੜੇ ਕਿਹੜੇ ਸਮਾਜ ਦਾ ਕਥਨ ਕਰਾਂ। ਵਿੱਚ ਸਭਾ ਸੁਬੈ ਮਹਾਰਾਜਾ, ਮਹਾਰਾਜ ਸਭਾ ਵਿੱਚ ਸ਼ੋਭਦੇ ਹਨ। ਹਿਤ ਭੋਜਨ ਬਹੁਰ ਬੁਲਾਏ, ਇਸ ਤਰ੍ਹਾਂ ਮਹਾਰਾਜ ਨੂੰ ਫਿਰ ਭੋਜਨ ਵਾਸਤੇ ਬੁਲਾਇਆ। ਆਸਾ ਦੀ ਵਾਰ ਦਾ ਕੀਰਤਨ ਹੋ ਗਿਆ, ਦੀਵਾਨ ਦੀ ਸਮਾਪਤੀ, ਇਹ ਵਿਆਹ ਤੋਂ ਅਗਲੇ ਦਿਨ ਦੀ ਗੱਲ ਆ। ਭੋਜਨ ਵਾਸਤੇ ਬੁਲਾਇਆ ਹੈ। ਮਗ ਪਰਤ ਪਾਵੜੇ ਆਏ, ਇਸ ਤਰ੍ਹਾਂ ਮਹਾਰਾਜ ਰਸਤੇ ਵਿੱਚ ਆਉਂਦੇ ਨੇ, ਮਹਾਰਾਜ ਦੇ ਬੈਠਣ ਸੱਜਣ ਲੰਘਣ ਵਾਸਤੇ ਉਹ ਪਾਏਦਾਨ ਕੱਪੜਾ ਜਿਹੜਾ ਹੈ ਮੈਟ, ਜਿਵੇਂ ਇੱਥੇ ਵੀ ਤਖਤ ਸਾਹਿਬ ਤੇ ਇੱਥੇ ਵੀ ਮੈਟ ਵਿਛਿਆ, ਬਾਹਰ ਵੀ ਮਾਰ ਵਿਛਿਆ ਕਿ ਸੰਗਤ ਆਵੇ ਮਖਮਲ ਦੇ ਮੈਟ ਦੇ ਨਾਲ ਆਪਣੇ ਚਰਨ ਪੂੰਝੇ ਜੋ ਹੈ। ਇਸ ਪ੍ਰਕਾਰ ਸੋਹਣੇ ਪਾਏਦਾਨ ਵਿਛੇ ਹਨ। ਕਰ ਪੰਕਤ ਥਿਤ ਸਮੁਦਾਈ, ਦੇਖ ਲਓ ਫਿਰ ਅਗਲੇ ਦਿਨ ਵੀ ਉਹੀ ਗੱਲ ਆ ਗਈ, ਪੰਗਤ ਸੱਜੀ ਹੋਈ ਤੇ ਸਾਰੇ ਬੈਠੇ ਹਨ ਪੰਗਤ ਵਿੱਚ। ਗੁਰ ਚੌਂਕੇ ਪਰ ਦੁੱਤ ਪਾਈ, ਤੇ ਮਹਾਰਾਜ ਗਰੀਬ ਨਿਵਾਜ ਜੀ ਦਾ ਆਸਣ ਥੋੜਾ ਜਿਹਾ ਉੱਚਾ ਲਗਾਇਆ। ਗੁਰਸਿੱਖ ਸੰਗਤਾਂ ਨੇ ਅਦਬ ਦੇ ਸਹਿਤ ਸ਼ੋਭਦੇ ਮਹਾਰਾਜ ਬੜੇ ਜ਼ਿਆਦੇ। ਬਰ ਨੁਗਦੀ ਮੋਦਕ ਬ੍ਰਿੰਦਾ, ਔਰ ਲੱਡੂ ਪੇੜੇ ਇਤਿਆਦਿਕ ਬੂੰਦੀ ਇਤਿਆਦਿਕ ਜੋ ਹੈ, ਧਰ ਅਗਰ ਜਲੇਬ ਬਿਲੰਦਾ, ਤੇ ਅਨੇਕਾਂ ਪ੍ਰਕਾਰ ਦੇ ਲੂਣ ਵਾਲੇ ਮਿੱਠੇ ਇਹ ਜਲੇਬ ਵੀ ਧਰੇ ਹਨ ਭਾਂਤ ਭਾਂਤ ਦੇ। ਇਤਿਆਦਿਕ ਪਰੋਸਿਆਹਾਰਾ, ਇਤਿਆਦਿਕ ਬਹੁਤ ਵੱਡਾ ਭਾਰੀ ਭੋਜਨ ਤਿਆਰ ਕੀਤਾ, ਮਹਾਰਾਜ ਦੇ ਸਨਮੁਖ ਪਰੋਸਿਆ। ਵੱਡ ਹੋਤ ਪਾਈ ਜਿਵ ਨਾਰਾ, ਕਹਿੰਦੇ ਇਸ ਪ੍ਰਕਾਰ ਮਹਾਰਾਜ ਜੀ ਦੇ ਸਨਮੁਖ ਮਾਈ ਭਾਈ ਨੇ ਮਹਾਰਾਜ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਖੁਸ਼ਾ ਲਿਆ ਹੈ। ਤਿਉ ਹੋਤੇ ਆਨੰਦ ਬਿਲੰਦਾ, ਸਾਰੇ ਮਨ ਕਰਕੇ ਬੜੇ ਪ੍ਰਸੰਨ ਹੋ ਰਹੇ। ਅਚਲੀਨ ਜਥਾ ਰੁਚ ਬ੍ਰਿੰਦਾ, ਜਥਾ ਰੁਚੀ ਜਿਵੇਂ ਕਿਸੇ ਦੀ ਰੁਚੀ ਸੀ, ਜਿੰਨਾ ਕਿਸੇ ਨੇ ਭੋਜਨ ਗ੍ਰਹਿਣ ਕਰਨਾ ਸੀ ਸਭ ਨੇ ਗ੍ਰਹਿਣ ਕੀਤਾ। ਦੇ ਲਾਗ ਪਲੇ ਚਲੇ ਆਏ, ਇਸ ਤਰ੍ਹਾਂ ਮਾਣ ਨੇ ਗੁਰਸਿੱਖਾਂ ਨੂੰ, ਸੇਵਾਦਾਰਾਂ ਨੂੰ, ਗੁਰੂ ਘਰ ਦੇ ਲਾਂਗਰੀ ਇਤਿਆਦਿਕ ਵਰਤਾਵੇ ਇਤਿਆਦਿਕ ਸਭ ਨੂੰ ਖੁੱਲੇ ਦਮੜੇ ਦੇ ਕੇ ਨਿਵਾਜਿਆ। ਬਾਸੁਰ ਤੀਨ ਬਿਤਾਏ, ਇਸ ਤਰ੍ਹਾਂ 3 ਦਿਨ ਮਹਾਰਾਜ ਜੀ ਨੇ ਆਪਣੇ ਕੁੜਮਾਂ ਦੇ ਘਰੇ ਬਤੀਤ ਕੀਤੇ ਹਨ। ਤਬ ਲਾਲ ਚੰਦ ਦੇ ਦਾਜਾ, ਫਿਰ ਭਾਈ ਲਾਲ ਚੰਦ ਜੀ ਸਾਹਿਬ ਜੀ ਮਹਾਰਾਜ ਨੂੰ ਭੇਟਾ ਅਰਪਣ ਕੀਤੀ। ਬਹੁ ਭੂਖਨ ਵਸਤਰ ਸਮਾਜਾ, ਬਹੁਤ ਸਾਰੇ ਵਸਤਰ ਮਹਾਰਾਜ ਨੂੰ ਭੇਟਾ ਕੀਤੇ ਹਨ। ਤਰ ਜਥਾ ਸਕਤ ਕਰ ਜੋਰੇ, ਇਹ ਬਚਨ ਬੜਾ ਸੁਣਨ ਵਾਲਾ, ਬਸ ਸਮਾਪਤੀ ਕਰ ਦਿੱਤੀ 2 ਮਿੰਟ ਵਿੱਚ। ਇਹਨਾਂ ਨੇ ਹੱਥ ਜੋੜ ਕੇ ਮਾਣ ਨੂੰ ਬੇਨਤੀ ਕੀਤੀ ਹੈ, ਮਹਾਰਾਜ ਨੈ ਸਭੇ ਨੈ ਸਰਿਓ ਕਛੋ ਟਿਗ ਮੋਰੇ, ਮਹਾਰਾਜ ਮੈਂ ਗਰੀਬ ਸੀ, ਮੈਂ ਕੋਈ ਦਾਜ ਨਹੀਂ ਦੇ ਸਕਿਆ। ਨਹਿ ਸਰਿਓ ਕਛੂ ਟਿਗ ਮੋਰੇ, ਮੇਰੇ ਤੋਂ ਕੋਈ ਸਰਿਆ ਨਹੀਂ, ਮੈਂ ਦਾਜ ਨਹੀਂ ਦੇ ਸਕਿਆ ਹਾਂ। ਇਕ ਤਨ ਜਾ ਮੈਂ ਹਿਤ ਸੇਵਾ, ਮਹਾਰਾਜ ਆਪ ਜੀ ਦੀ ਸੇਵਾ ਦੇ ਵਾਸਤੇ ਇੱਕ ਬੇਟੀ ਹੀ ਦੇ ਸਕਿਆ। ਅਰਪਨ ਕੀਨ ਗੁਰ ਦੇਵਾ, ਮਹਾਰਾਜ ਆਪ ਜੀ ਨੂੰ ਅਰਪਣ ਕੀਤੀ ਹੈ, ਮੇਰੀ ਕੁਲ ਦਾ ਉਧਾਰ ਹੋ ਜਾਵੇ। ਲੈ ਬਿਸੁਨ ਕੋਇਰ ਸੰਦਾਰਾ, ਇਸ ਪ੍ਰਕਾਰ ਬਿਸ਼ਨ ਕੌਰ ਜੀ ਸਾਹਿਬ ਉਹਨਾਂ ਨੂੰ ਆਪਣੇ ਨਾਲ ਲੈ ਕੇ ਬਾਬਾ ਲਾਲ ਚੰਦ ਜੀ ਹੋਏ ਦੀਨ ਸੁਬਾਕ ਉਚਾਰਾ, ਇਸ ਪ੍ਰਕਾਰ ਨਮਰਤਾ ਦੇ ਸਹਿਤ ਬਚਨ ਕਹੇ, ਮਹਾਰਾਜ ਮੇਰੇ ਤੋਂ ਕੋਈ ਦਾਜ ਨਹੀਂ ਸਰਿਆ ਹੈ। ਸੁਨ ਸਤਗੁਰ ਪਏ ਸੁਣ ਕਿਰਪਾਲਾ, ਕਰਕੇ ਮਹਾਰਾਜ ਕਿਰਪਾਲੂ ਹੋਏ ਹਨ। ਤੁਮ ਦੀਨੋ ਸਕਲ ਬਿਸਾਲਾ, ਮਹਾਰਾਜ ਕਹਿਣ ਲੱਗੇ, ਭਾਈ ਤੁਸਾਂ ਨੇ ਸਰਬੰਸ ਹੀ ਦੇ ਦਿੱਤਾ ਹੈ। ਜਿਨ ਤਨੁ ਜਾਇ ਅਰਪਨ ਕੀਨੰ, ਕਿਆ ਜਿੰਨੇ ਆਪਣੀ ਤਨਜਾ ਬੇਟੀ ਬੱਚੀ ਇੱਜ਼ਤ, ਧੀਆਂ ਜਿਹੜੀਆਂ ਨੇ ਮਾਪਿਆਂ ਦੀਆਂ ਇੱਜ਼ਤ ਹੁੰਦੀਆਂ ਨੇ, ਜਦੋਂ ਧੀ ਜਵਾਨ ਹੋ ਜਾਂਦੀ ਹੈ ਬਾਪ ਗੁਪਤ ਰੂਪ ਦੇ ਵਿੱਚ ਪੱਗ ਉਹਦੇ ਸਿਰ ਤੇ ਧਰ ਦਿੰਦਾ ਕਿ ਧੀਏ ਤੇਰੀ ਮਰਜ਼ੀ ਨੂੰ ਭਾਵੇਂ ਉੱਚਾ ਚੁੱਕ ਲਈ ਭਾਵੇਂ ਪੈਰਾਂ 'ਚ ਰੋਲਦੀ। ਕਿਆ ਜਿੰਨੇ ਆਪਣੀ ਇੱਜ਼ਤ ਦੇ ਦਿੱਤੀ ਹੈ, ਆਪਣੀ ਪੱਗ ਦਾਨ ਕਰ ਦਿੱਤੀ ਹੈ। ਯਾ ਪਾਛੇ ਤਿਨ ਰਖ ਲੀਨ, ਮਹਾਰਾਜ ਕਹਿੰਦੇ ਉਹਨਾਂ ਨੇ ਮਗਰ ਕੀ ਰੱਖ ਲਿਆ ਹੈ ਭਲਾ, ਮਗਰ ਤਾਂ ਕੁਛ ਵੀ ਨਹੀਂ ਰੱਖਿਆ ਹੈ। ਇਮਾਨ ਨੇ ਕੋਈ ਦਾਜ ਨਹੀਂ ਲਿਆ, ਕੋਈ ਇੱਥੋਂ ਤੱਕ ਗੁਰੂ ਕੀ ਕਥਾ ਹੁੰਦੀ, ਮਹਾਰਾਜ ਜਿਵੇਂ ਆਪਾਂ ਕਹਿੰਦੇ ਨੇ ਕੁੜੀ ਵਾਲੇ ਪਾਸਿਓਂ ਖਰਚਾ,
ਧੀ ਵਾਲੇ ਪਾਸਿਓਂ ਲੜਕੀ ਵਾਲੇ ਪਾਸਿਓਂ ਮਹਾਰਾਜ ਉਹ ਵੀ ਖਰਚਾ ਆਪਣੇ ਹੱਥੋਂ ਕਰਦੇ। ਗਰੀਬ ਗੁਰਬਿਆਂ ਵਿੱਚ ਵਿਆਹ ਦੀ ਰੀਤੀ ਮਾਣ ਨੇ ਚਲਾਈ। ਸਮਾਂ ਪੂਰਾ ਹੋਇਆ, ਪ੍ਰਕਰਨ ਵੀ ਪੂਰਾ ਹੋਇਆ। ਦਾਸ ਦੇ ਨਾਲ ਪੋਥੀ ਪੜ੍ਹੀ ਹੈ, ਬਹੁਤ ਸਨਮਾਨਯੋਗ, ਬਹੁਤ ਸੰਤ ਹਿਰਦਾ ਪਰਉਪਕਾਰੀ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜੀ, ਗਿਆਨੀ ਦਲੀਪ ਸਿੰਘ ਸਾਹਿਬ ਜੀ, ਜੋ ਤਖਤ ਸਾਹਿਬ ਜੀ ਦੇ ਸਿੰਘ ਸਾਹਿਬਾਨ ਹਨ। ਦਾਸ ਦੇ ਬਹੁਤ ਸੀਨੀਅਰ ਨੇ, ਉਮਰਾਂ ਕਰਕੇ, ਗੁਣ ਕਰਕੇ, ਹਰ ਤਰ੍ਹਾਂ ਕਰਕੇ। ਅਤੇ ਆਪ ਜੀ ਵੀ ਤਖਤ ਸਾਹਿਬ ਜੀ 'ਤੇ ਕਥਾ ਕਰਦੇ ਰਹੇ ਨੇ, ਸਿੰਘ ਸਾਹਿਬ ਗਿਆਨੀ ਜੀ, ਗਿਆਨੀ ਦਲੀਪ ਸਿੰਘ ਸਾਹਿਬ ਜੀ। ਅਤੇ ਦਸਮ ਮਹਾਰਾਜ ਜੀ ਦੀ ਬਾਣੀ ਦੇ ਬਹੁਤ ਵੱਡੇ ਆਪ ਜੀ ਵਿਦਵਾਨ ਅਤੇ ਸ਼ੁੱਧ ਪਾਠੀ। ਜਦੋਂ ਦਸਮ ਮਹਾਰਾਜ ਦੀ ਬਾਣੀ ਦਾ ਹੁਕਮਨਾਮਾ ਲੈਂਦਾ, ਦਾਸ ਕਿਤੇ ਆਸ-ਪਾਸ ਦੀ ਵੀ ਲੰਘਦਾ ਹੋਵੇ ਅਤੇ ਮੈਂ ਖਲੋ ਕੇ ਇਹਨਾਂ ਦੀ ਰਸਨਾ ਤੋਂ ਮਹਾਰਾਜ ਦੀ ਬਾਣੀ, ਦਸਮ ਮਹਾਰਾਜ ਦੀ ਬਾਣੀ ਦਾ ਹੁਕਮਨਾਮਾ ਸੁਣਦਾ। ਬਹੁਤ ਸ਼ੁੱਧ ਆਪ ਜੀ ਪਾਠ ਕਰਦੇ ਨੇ। ਇਹਨਾਂ ਦਾ ਵੱਡਪਣ ਆ ਕਿ ਦਾਸ ਇਹਨਾਂ ਤੋਂ ਹਰ ਤਰ੍ਹਾਂ ਕਰਕੇ ਬਹੁਤ ਜ਼ਿਆਦਾ ਛੋਟਾ ਜੂਨੀਅਰ ਆ। ਇਹ ਦਾਸ ਦੇ ਵੱਡੇ ਸਿੰਘ ਸਾਹਿਬ ਜੀ ਹਨ, ਪੋਥੀ ਪੜ੍ਹਦੇ ਨੇ। ਸਤਿਗੁਰੂ ਕਿਰਪਾ ਕਰਨ ਐਸੇ ਗੁਰਮੁਖਾਂ ਵਿਦਵਾਨਾਂ ਦਾ ਪੰਥ ਵਿੱਚ ਵਾਧਾ ਹੋਵੇ, ਤਾਂ ਕਿ ਸਾਡਾ ਪੰਥ ਜੋ ਹੈ ਗਰੀਬ ਨਵਾਜ ਮਹਾਰਾਜ ਜੀ ਦਾ ਚੜ੍ਹਦੀ ਕਲਾ ਵੱਲ ਜਾਵੇ। ਬੇਅੰਤ ਗੁਰਸਿੱਖ ਸੰਗਤਾਂ, ਮਾਈ ਭਾਈ, ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਆਪਣੇ ਪਿਤਾ ਗੁਰਦੇਵ ਦੀ ਇਸ ਪਾਵਨ ਜਨਮ ਸਥਲੀ ਨੂੰ ਨਤਮਸਤਕ ਹੋਣ ਵਾਸਤੇ ਆਏ ਹੋ। ਸਭ ਨੂੰ ਜੀਓ ਆਇਆ ਭਾਈ। ਸਭ ਦੇ ਰਹਿਣ ਆਉਣ ਜਾਣ ਆਦਿਕ ਦਾ ਇੰਤਜ਼ਾਮ ਹਾਜ਼ਰ ਹੈ। ਲਾਹਾ ਲਵੋ, ਅੰਮ੍ਰਿਤ ਵੇਲੇ ਆਇਆ ਕਰੋ ਭਾਈ। ਮਹਾਰਾਜ ਦੀ ਬਾਣੀ ਪੜ੍ਹੋ ਵੱਧ ਤੋਂ ਵੱਧ। ਬੀਬੀਆਂ, ਮਾਤਾਵਾਂ, ਭੈਣਾਂ, ਬੱਚੀਆਂ ਲੰਗਰ ਵਿੱਚ ਜਾ ਕੇ ਪ੍ਰਸ਼ਾਦੇ ਬਣਾਉਣ, ਹੱਥੀਂ ਸੇਵਾ ਕਰਨ। ਮਾਈ ਭਾਈ ਰਲ ਮਿਲ ਕੇ ਮਹਾਰਾਜ ਦੀ ਸੇਵਾ ਕਰੋ। ਭਾਗਾਂ ਦੇ ਨਾਲ ਮਹਾਰਾਜ ਦੇ ਘਰੇ ਆਇਓ। ਕਮਰਿਆਂ 'ਚ ਘੱਟ ਬੈਠੋ, ਜ਼ਿਆਦਾ ਤੋਂ ਜ਼ਿਆਦਾ ਸਮਾਂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਲਾਹਾ ਲਓ, ਸੇਵਾ ਕਰੋ। ਔਰ ਆਪਣਾ ਦਸੌਂਧ ਜਿਹੜਾ ਹੈ ਉਹ ਮਹਾਰਾਜ ਦੇ ਪਾਵਨ ਤਖਤਾਂ, ਗੁਰੂ ਕੇ ਅਸਥਾਨਾਂ, ਗੁਰੂ ਕੀਆਂ ਗੋਲਕਾਂ ਵਿੱਚ ਵੱਧ ਤੋਂ ਵੱਧ ਹਾਜ਼ਰ ਕਰੋ। ਇਹ ਸਾਡਾ ਫਰਜ਼ ਹੈ, ਮਹਾਰਾਜ ਜੀ ਦਾ ਸਾਨੂੰ ਹੁਕਮ ਹੈ। ਮੇਰੀਆਂ ਭੁੱਲਾਂ ਗਰੀਬ ਨਵਾਜ ਮਹਾਰਾਜ ਦੇ ਘਰ ਦਾ ਸੇਵਾਦਾਰ ਜਾਣ ਕੇ ਮਾਫ ਕਰਨੀਆਂ। ਲੇਖਾ ਗਣਤ ਨਾ ਛੁੱਟੀ ਹੈ, ਕਾਚੀ ਪੀਤ ਨਾ ਸੁਧ। ਜਿਸੇ ਪੁਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਇਕ ਤਨ ਜਾ ਮੈਂ ਹਿਤ ਸੇਵਾ, ਅਰਪਨ ਕੀਨ ਗੁਰ ਦੇਵਾ। ਲੈ ਬਿਸਨ ਕੋਇਰ ਸੰਗਦਾਰਾ, ਹੋਏ ਦੀਨ ਸੁਬਾਕ ਉਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।